ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ, ਸ਼ਿਵਿੰਦਰ ਜੀ ਵੱਲੋਂ, ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 21 ਅਕਤੂਬਰ, ਸਮਾਂ ਸ਼ਾਮ ਦੇ 6:30 ਦਾ। ਤੁਸੀਂ ਸਾਡੇ ਨਾਲ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਤੇ ਪ੍ਰਸਾਰਿਤ ਕੀਤਾ ਜਾਂਦਾ ਹੈ, ਜਿਸ ਦਾ ਮੁੜ ਪ੍ਰਸਾਰਨ ਹੁਣ ਤੋਂ 4 ਘੰਟਿਆਂ ਬਾਅਦ ਯਾਨੀ ਕਿ 10:30 ਵਜੇ ਤੇ ਫਿਰ 11 ਘੰਟਿਆਂ ਬਾਅਦ ਸਵੇਰੇ 5:30 ਵਜੇ ਹੋਏਗਾ। ਸੋ ਜਿੱਥੇ ਵੀ ਸਾਰੇ ਵੀਰ ਬੈਠੇ ਨੇ, ਮੈਨੂੰ ਜਿੰਨੀ ਕੁ ਜਾਣਕਾਰੀ ਹੈ, ਬੜੇ ਦੇਸ਼ਾਂ ਦੇ ਵਿੱਚ ਸਮੇਂ ਦੀ ਤਬਦੀਲੀ ਹੋਣ ਜਾ ਰਹੀ ਹੈ। ਸੋ ਬੇਨਤੀ ਹੈ ਕਿ ਤੁਸੀਂ ਇਸ ਵਕਤ ਜੋ ਬਠਿੰਡਾ ਦਾ ਸਾਡਾ ਟਾਈਮ ਹੈ, ਜੇਕਰ ਮੈਂ ਗੱਲ ਕਰਾਂ ਤਾਂ ਉਸੇ ਮੁਤਾਬਕ ਹੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਸੁਣ ਸਕੋਗੇ। ਸੋ ਹੁਣ ਦੀ ਗੱਲ ਕਰੀਏ ਤਾਂ ਪਰਥ ਦੇ ਵਿੱਚ ਰਾਤ ਦੇ 9 ਵਜੇ ਨੇ, ਸਿਡਨੀ ਦੇ ਵਿੱਚ ਰਾਤ ਦੇ 12 ਵੱਜ ਚੁੱਕੇ ਨੇ ਅਤੇ ਨਿਊਯਾਰਕ ਦੇ ਵਿੱਚ ਸਵੇਰ ਦੇ 9 ਨੇ ਜੀ। ਵੈਸਟਰਨ ਕੋਸਟ ਯਾਨੀ ਕਿ ਵੈਨਕੂਵਰ ਤੋਂ ਲੈ ਕੇ ਲਾਸ ਐਂਜਲਸ ਤੱਕ ਸਵੇਰੇ 6 ਵਜੇ ਹੋਏ ਨੇ ਅਤੇ ਲੰਡਨ ਦੇ ਵਿੱਚ ਦੁਪਹਿਰ ਦੇ 2 ਵਜੇ ਨੇ। ਸੋ ਜਿੰਨਾ ਵੀ ਤੁਹਾਡਾ ਅੱਗੇ ਪਿੱਛੇ ਕਲੌਕ ਹੋਏਗਾ, ਉਹ ਕਿਰਪਾ ਕਰਕੇ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਦੇ ਮੁਤਾਬਕ 6:30 ਵਜੇ ਸ਼ਾਮ ਦਾ ਹੀ ਰੱਖਣਾ ਅਤੇ ਸਵੇਰੇ 7:30 ਵਜੇ ਗੀਤ ਬਹਾਰ ਦਾ ਪ੍ਰੋਗਰਾਮ ਦਾ ਲਾਈਵ ਸ਼ੋਅ ਹੋਏਗਾ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਵੱਲੋਂ, ਜਿਹੜੇ ਕਿ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੇ ਨੇ। ਡਿਸਪੈਚ ਪੰਜਾਬੀ ਅਤੇ ਇੰਗਲਿਸ਼ 'ਚ ਕਰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। 2020 CDL ਡਰਾਈਵਿੰਗ ਸਕੂਲ ਦੀ ਮੈਨੇਜਮੈਂਟ ਦਾ ਦਾਅਵਾ ਹੈ ਜੀ ਕਿ ਕਹਿੰਦੇ ਸਾਡੇ ਕੋਲ ਆਓ, ਤੁਹਾਨੂੰ ਅਸੀਂ ਸਕੂਲ ਬੱਸ ਡਰਾਈਵਰ ਦੀ 7 days a week ਤੁਹਾਨੂੰ ਅਸੀਂ ਟ੍ਰੇਨਿੰਗ ਦਿਆਂਗੇ। ਇਸ ਤੋਂ ਇਲਾਵਾ CDL ਕਲਾਸ A, B and P ਦੀ ਟ੍ਰੇਨਿੰਗ ਦੇ ਨਾਲ ਬੱਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਦੀ ਵੀ ਡਰਾਈਵਿੰਗ ਸਿਖਾਵਾਂਗੇ। ਇਹਨਾਂ ਦੇ ਇੰਸਟਰਕਟਰ ਬੜੇ ਪੈਸ਼ਨੇਟ ਨੇ, ਮਲਟੀ ਲੈਂਗੁਏਜਿਸ ਯਾਨੀ ਕਿ ਫਰੈਂਚ, ਇੰਗਲਿਸ਼, ਸਪੈਨਿਸ਼, ਪੰਜਾਬੀ, ਹਿੰਦੀ, ਅਰੈਬਿਕ ਦੇ ਵਿੱਚ ਤੁਹਾਨੂੰ ਡਰਾਈਵਿੰਗ ਦੇ ਜਿਹੜੇ ਗੁਣ ਨੇ ਉਹ ਸਿਖਾਉਂਦੇ ਨੇ। ਦੂਰ ਦਰਾਡੇ ਤੋਂ ਆਉਣੇ ਤੁਹਾਨੂੰ ਸਟੇ ਫਰੀ ਦਿੱਤਾ ਜਾਏਗਾ ਅਤੇ ਨੇੜੇ ਤੋਂ ਪਿਕ ਐਂਡ ਡਰੋਪ ਫਰੀ ਦਿੱਤੀ ਜਾਏਗੀ। ਤੁਹਾਨੂੰ ਕਿਸੇ ਪ੍ਰਕਾਰ ਦੀ ਟਿਊਸ਼ਨ ਫੀਸ ਦੀ ਕੋਈ ਮੁਸ਼ਕਿਲ ਹੈ ਤਾਂ 5406560985 'ਤੇ ਕਾਲ ਕਰ ਸਕਦੇ ਹੋ। ਸਨੀ ਨਾਲ ਸੰਪਰਕ ਕਰ ਸਕਦੇ ਹੋ 540 656 0985 'ਤੇ। ਕੁਛ ਹੋਰ ਵਪਾਰਕ ਸੁਨੇਹੇ ਤੇ ਫਿਰ ਹਾਜ਼ਰ ਹੋਣੇ। ਜੁੜੇ ਰਹੋ ਰੇਡੀਓ। ਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ, ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 'ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6618858858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਜੱਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਾਲੇ ਤਿਆਰ ਨਹੀਂ ਹੋਏ? ਜਾਣਾ ਨਹੀਂ ਜਸਮੀਤ ਹੋਰਾਂ ਦੀ ਪਾਰਟੀ 'ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨਹੀਂ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨਹੀਂ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨਹੀਂ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ।
ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹਨ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹਨ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ, ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸੋ ਰੇਡੀਓ ਪੰਜਾਬ ਟੁਡੇ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸ਼ਿਵਿੰਦਰ ਜੀ ਜੁੜ ਗਏ ਨੇ। ਸ਼ਿਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਦਾਣਾ ਸਾਹਿਬ ਮਿਹਰਬਾਨੀ। ਸ਼ਿਵਿੰਦਰ ਜੀ, ਜਿਵੇਂ ਜਿਵੇਂ ਦਿਨ ਲੰਘ ਰਹੇ ਨੇ, ਨਿਹੰਗ ਸਿੰਘਾਂ ਵਾਲਾ ਮਸਲਾ ਗੰਭੀਰ ਹੁੰਦਾ ਜਾ ਰਿਹਾ। ਸਭ ਤੋਂ ਪਹਿਲਾਂ ਤਾਂ ਅੱਜ ਇੱਕ ਤਾਜ਼ੀ ਘਟਨਾ ਫਿਰ ਜਿਹੜੀ ਹੋਈ ਹੈ, ਕਹਿੰਦੇ ਲੱਤਾਂ ਲੁੱਤਾਂ ਤੇ ਸੱਟਾਂ ਮਾਰੀਆਂ ਨੇ, ਸਿੰਘੂ ਬਾਰਡਰ ਫੇਰ ਝਗੜਾ ਹੋਇਆ। ਕੀ ਹੋਇਆ ਜੀ ਮਾਮਲਾ ਸਾਰਾ? ਦਾਨੀਅਲ ਸਾਹਿਬ, ਅਸਲ 'ਚ ਇਹ ਵੀ ਜੋ ਘਟਨਾ ਹੋਈ ਆ, ਇਹ ਅਮਨ ਸਿੰਘ ਦਾ, ਜਿਹਨੂੰ ਅਮਨਾ ਵੀ ਕਹਿ ਦਿੰਦੇ ਨੇ, ਅਮਨੇ ਦੇ ਗਰੁੱਪ ਨਾਲ ਹੀ ਜੁੜਿਆ ਹੋਇਆ ਬੰਦਾ ਹੈਗਾ ਸੀਗਾ। ਵੈਸੇ ਘਟਨਾ ਦਾ ਕਾਰਨ ਮੇਨ ਇਹ ਹੈਗਾ ਕਿ ਕੋਈ ਆਮ ਆਂਡਿਆਂ ਵਾਲਾ ਕੋਈ ਬੰਦਾ ਸੀਗਾ, ਆਂਡੇ ਦੀ ਰੇਹੜੀ ਲਾਈ ਹੋਈ ਸੀ, ਦੁਕਾਨਦਾਰ ਛੋਟਾ ਮੋਟਾ। ਉਹਦੇ ਨਾਲ ਦੱਸਿਆ ਜਾ ਰਿਹਾ ਵੀ ਆਂਡਿਆਂ ਨੂੰ ਲੈ ਕੇ ਫਿਰ ਕੋਈ ਕਹਿ ਰਿਹਾ ਵੀ ਇਹ ਤਾਂ ਮੁਰਗੀ ਵੀ ਲੈਣਾ ਚਾਹੁੰਦਾ ਸੀ ਫ੍ਰੀ ਦੇ ਵਿੱਚ ਹੀ, ਉਹਨੇ ਨਹੀਂ ਦਿੱਤੀ। ਉਹਨੂੰ ਲੈ ਕੇ ਤਕਰਾਰ ਹੋ ਗਿਆ, ਫਿਰ ਉਹਦੀਆਂ ਲੱਤਾਂ ਇੰਨੀ ਗੱਲ ਪਿੱਛੇ ਨੇ ਭੰਨ ਦਿੱਤੀਆਂ। ਇਹਦੇ ਵਿੱਚ ਜਿਉਂ ਪਰਤਾਂ ਖੁੱਲੀਆਂ ਤਾਂ ਪਤਾ ਲੱਗਿਆ ਵੀ ਉੱਥੇ ਜਿਹੜੇ ਲੋਕਲ ਲੋਕ ਨੇ ਉੱਥੇ ਰਹਿੰਦੇ ਹੋਏ, ਦੇਖਿਆ ਵੀ ਸਾਰੇ ਲੋਕਲ ਲੋਕ ਵਿਚਾਰੇ ਕਿਸਾਨ ਅੰਦੋਲਨ ਦੀ ਸਪੋਰਟ ਦੇ ਵਿੱਚ ਹੈਗੇ ਨੇ। ਉਹਨਾਂ ਦੇ ਘਰੇ ਔਰਤਾਂ ਨੂੰ ਜਾ ਕੇ ਵੀ ਧਮਕਾਉਂਦਾ ਰਿਹਾ ਇਹ ਬੰਦਾ। ਕਿਹੜਾ ਬੰਦਾ ਜੀ ਜਿਹਨੇ ਅੱਜ ਕੀਤਾ? ਜਿਹਨੇ ਅੱਜ ਕਾਰਾ ਕੀਤਾ। ਤੇ ਇਹ ਫਿਰ ਬਾਅਦ ਵਿੱਚ ਹੌਲੀ ਹੌਲੀ ਪਰਤਾਂ ਖੋਲਦੀਆਂ ਪਤਾ ਲੱਗੀਆਂ ਜੀ ਕਿ ਇਹ ਬੰਦਾ ਇੱਕ ਤਾਂ ਨੌਨ ਪੰਜਾਬੀ ਹੈ ਤੇ
ਇੱਕ ਇਹਦੇ ਬਾਲ ਬੂਲ ਹੋਣੇ ਮਾੜੇ ਮੋਟੇ ਵਧੇ ਨੇ ਜਿੰਨੇ ਕੁ ਹੈਗੇ ਨੇ, ਮਤਲਬ ਤੁਸੀਂ ਦੱਸੋ ਵੀ ਦੇਖੋ ਵੀ ਅੰਮ੍ਰਿਤ ਛਕਿਆ ਹੋਇਆ ਪਰ ਉਂਝ ਘੋਣਾ ਮੋਣਾ ਬੰਦਾ ਹੈ। ਤੇ ਹੁਣ ਉਸ ਬੰਦੇ ਦੇ ਦੱਸਣ ਮੁਤਾਬਕ ਮੈਂ ਜੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ ਸੀਗਾ। ਮਤਲਬ ਵਿਸਾਖੀ ਵਾਲੇ ਦਿਨ ਦਾ ਮਤਲਬ ਇੱਥੇ ਹੀ ਮੋਰਚੇ ਦੇ ਵਿੱਚ ਜੀ। ਤੇ ਮੈਨੂੰ ਜੀ ਹਾਲੇ ਇਸ ਕਰਕੇ ਲਈ ਮੇਰੇ ਹੈਗੇ ਬਾਲ ਨਹੀਂ ਹਾਲੇ ਜੀ ਹਾਲੇ ਵਧੇ ਹੈਗੇ ਨਾ, ਸਾਲ ਹੋ ਚੱਲਿਆ ਜੀ, ਇੰਨੇ ਵਾਲ ਤਾਂ ਪੂਰੇ ਹੋ ਜਾਂਦੇ ਨੇ ਟਾਈਮ ਤੇ। ਹਾਂ ਤੇ ਫਿਰ ਅਮਨੇ ਦੀ ਗੱਲ ਸੁਣੀਏ ਤਾਂ ਉਹ ਕਹਿੰਦਾ ਕਿ ਹਾਲੇ ਜੀ 3 ਦਿਨ ਹੋਏ ਆ ਇਹਨੂੰ ਸੇਵਾ ਸੰਭਾਲਦੇ ਹੋਏ। ਅੱਛਾ। ਤੇ ਇਹਦੇ ਵਿੱਚ ਇੱਕ ਤਾਂ ਫਰਕ ਬਥੇਰਾ ਕਾਫੀ ਵਿਸਾਖੀ ਤੋਂ ਹੁਣ ਤੱਕ ਦਾ ਤਾਂ ਬਹੁਤ ਫਰਕ ਆ ਗਿਆ ਜੀ, ਬਹੁਤ ਫਰਕ ਆ ਗਿਆ। ਵੈਸੇ ਵੀ ਤੁਸੀਂ ਦੇਖੋ ਨਾ ਕਿ ਇੱਕ ਜਿਵੇਂ ਇੱਕ ਵਿਧਾਨ ਹੁੰਦਾ ਹੈਗਾ ਬਿਲਕੁਲ ਨਿਹੰਗਾਂ ਵਿੱਚ ਵੀ, ਪਹਿਲੀ ਗੱਲ ਤਾਂ ਕਿ ਤੁਸੀਂ ਜਾਂਦੇ ਸਾਰ ਥੋੜੋ ਬੰਦੇ ਨੂੰ ਭਰਤੀ ਕਰ ਲਓਗੇ ਆਪਣੀ ਫੌਜ ਦੇ ਵਿੱਚ, ਤੁਸੀਂ ਪਹਿਲਾਂ ਉਹਨੂੰ ਪਰਖੋਗੇ ਵੀ ਤੁਹਾਡੇ ਅਸੂਲਾਂ ਦੇ ਉੱਤੇ ਖਰਾ ਉਤਰਦਾ ਕਿ ਨਹੀਂ ਉਤਰਦਾ, ਕੀ ਇਹ ਮਾੜਾ ਮੋਟਾ ਗੁਰਬਾਣੀ ਜਾਣਦਾ। ਅੱਛਾ, ਇਹਨੂੰ ਮੂਲ ਮੰਤਰ ਤੱਕ ਆਉਂਦਾ ਨਹੀਂ ਸੀਗਾ, ਜਿਵੇਂ ਗੁਰਬਾਣੀ ਦੀ ਤਾਂ ਬਾਅਦ ਦੀ ਗੱਲ ਆ, ਗੁਰਬਾਣੀ ਦੇ ਪਹਿਲੇ ਜਿਹੜੇ ਆਪਾਂ ਕਹਿੰਦੇ ਵੀ ਅੱਖਰ ਪਹਿਲਾ ਸਬਕ ਆ ਜਿਹੜਾ ਮੂਲ ਮੰਤਰ ਨਹੀਂ ਇਸ ਬੰਦੇ ਨੂੰ ਆਉਂਦਾ ਸੀਗਾ। ਸੋ ਹੁਣ ਸਵਾਲ ਇਹ ਆ ਜਾਂਦਾ ਵੀ ਇਦੋਂ ਪਹਿਲਾਂ ਜਦੋਂ ਕਤਲ ਵਾਲੇ ਮਾਮਲੇ 'ਚ ਇੱਕ ਬੰਦਾ ਫੜਿਆ ਗਿਆ ਸੀ, ਉਹਦੀ ਉਹ ਪੱਗ ਲੈ ਗਈ ਸੀ ਉਹਨੇ ਆਪ ਲਾਹੀ ਸੀਗੀ। ਮਤਲਬ ਜਦੋਂ ਉਹਦੀ ਪੱਗ ਲਈ ਉਹਦਾ ਵੀ ਪਤਾ ਲੱਗਿਆ ਵੀ ਇਹਦੇ ਵੀ ਬਾਲ ਕੱਟਣ ਵਾਲਾ ਸੀਗਾ। ਤੇ ਜਿਹਦੇ ਉਹਦਾ ਵੀ ਲੌਜਿਕ ਇਹੀ ਦਿੱਤਾ ਗਿਆ, ਦੇਖੋ ਜੀ ਬਾਲ ਜਿਹੜੇ ਹੈਗੇ ਹਾਲੇ ਹੁਣੀ ਸਿੰਘ ਸਜਿਆ ਹੈਗਾ ਵੀ ਕੀ ਚੱਕਰ ਵੀ ਇਹ ਨਵੇਂ ਸਿੰਘ ਸਜੇ ਕਿਉਂ ਆ ਰਹੇ ਨੇ ਇਸ ਪਲਟਨ ਦੇ ਵਿੱਚ। ਦੂਜੀ ਚੀਜ਼ ਹੈਗੀ ਆ ਕਿ ਜਦੋਂ ਕੋਈ ਨਵਾਂ ਵੀ ਸਿੰਘ ਸਜਦਾ ਨਾ, ਤੇ ਪਹਿਲੀ ਗੱਲ ਤਾਂ ਉਹਦਾ ਇੱਕ ਅਸੂਲ ਜਿੰਨਾ ਕੁ ਮੈਂ ਜਾਣਦਾ ਹੈਗਾ, ਆਪਾਂ ਕਹਿੰਦੇ ਵੀ ਕਾਕਾ ਪਹਿਲਾਂ ਤੂੰ ਉਹਦੇ ਬਾਲ ਵਧਾ, ਠੀਕ ਹੈ, ਫਿਰ ਬਾਲ ਵਧਾਉਣ ਤੋਂ ਬਾਅਦ ਫਿਰ ਉਹਨੂੰ ਕਹਿੰਦੇ ਵੀ ਚੰਗਾ ਫਿਰ ਤੂੰ ਇੰਨੇ ਜੋਗਾ ਹੋ ਗਿਆ ਬਾਲ ਸਾਂਭਣ ਵਾਲਾ, ਫਿਰ ਤੈਨੂੰ ਮਾੜਾ ਮੋਟਾ ਗੁਰਬਾਣੀ ਦੇ ਕੁਛ ਪਤਾ ਕਿ ਨਹੀਂ ਪਤਾ, ਫਿਰ ਜਾ ਕੇ ਜਿਹੜਾ ਅੰਮ੍ਰਿਤ ਆਪਾਂ ਛਕਾਉਣੇ ਹੈਗੇ ਆ। ਦੇਖੋ ਸਿੰਘ, ਇਹ ਸਾਡੇ ਸਿੱਖ ਧਰਮ ਦੇ ਵਿੱਚ ਨਾ ਦਸਮ ਗ੍ਰੰਥ ਨੂੰ ਮਾਨਤਾ ਨਹੀਂ ਹੈਗੀ, ਤੇ ਪਰ ਜੇ ਦਸਮ ਗ੍ਰੰਥ ਵਿੱਚ ਹੀ ਨਾ ਆਪਾਂ ਇੱਕ ਕਹਾਣੀਆਂ ਨੇ, ਉਹਦੇ ਵਿੱਚ ਕਈ ਸਾਰੀਆਂ ਕਹਾਣੀਆਂ ਦਸਮ ਗ੍ਰੰਥ ਦੇ ਵਿੱਚ, ਦਸਮ ਗ੍ਰੰਥ ਦੇ ਵਿੱਚ ਇੱਕ ਨਾ ਅੰਮ੍ਰਿਤ ਵਾਲੀ ਕਹਾਣੀ ਆਉਂਦੀ ਹੈਗੀ, ਉਹ ਹੈਗਾ ਸਿਕੰਦਰ ਦਾ ਭਾਰਤ ਤੇ ਪਹਿਲਾ ਹਮਲਾ। ਉਹਦੇ ਵਿੱਚ ਸਿਕੰਦਰ ਦਾ ਜਦੋਂ ਭਾਰਤ ਤੇ ਹਮਲਾ ਕਰਦਾ, ਉਹ ਮਤਲਬ ਇੱਕ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈਗਾ, ਏਦਾਂ ਦੀ ਕਹਾਣੀ ਚੱਲਦੀ ਹੈ, ਜਿਹਦਾ ਮੇਨ ਥੀਮ ਕੀ ਹੈ, ਉਹ ਉਸ ਕਹਾਣੀ ਦਾ ਦਸਮ ਗ੍ਰੰਥ ਵਾਲੀ ਕਹਾਣੀ ਦਾ ਥੀਮ ਦੱਸਣ ਲੱਗਿਆ ਵੀ ਜਿਹੜਾ ਅੰਮ੍ਰਿਤ ਆ ਨਾ ਉਹ ਇੰਨਾ ਸੌਖਾ ਨਹੀਂ ਹੁੰਦਾ ਹੈਗਾ, ਮਤਲਬ ਉਹਦੀ ਪ੍ਰਾਪਤੀ। ਤੇ ਹੁਣ ਜਿਹੜਾ ਅੰਮ੍ਰਿਤ ਛਕਣਾ, ਫਿਰ ਉਹ ਇੰਨੀ ਸੌਖੀ ਪ੍ਰਾਪਤੀ ਕਿਵੇਂ ਹੋ ਜੂਗੀ। ਤੇ ਤੁਸੀਂ ਜਦੀ ਇਸ ਪਲਟਨ 'ਚ ਭਰਤੀ ਹੋਇਆ ਬੰਦਾ, ਤੁਸੀਂ ਕਹਿੰਦੇ ਤਾਂ 3 ਦਿਨ ਬਾਅਦ ਹੀ ਅੰਮ੍ਰਿਤ ਛਕਾ ਦਿੱਤਾ ਇਹਨੂੰ, ਐਂ ਤਾਂ ਨਹੀਂ ਹੁੰਦਾ। ਪਹਿਲਾਂ ਬਾਲ ਵਧਾਏ ਜਾਂਦੇ ਨੇ, ਫਿਰ ਉਸ ਤੋਂ ਬਾਅਦ ਵਿੱਚ ਬਾਲ ਫਿਰ ਬੰਦਾ ਸਾਂਭਦਾ ਵੀ ਆ। ਜਦੋਂ ਆਪਾਂ ਤੁਸੀਂ ਦੇਖਿਆ ਹੋਊਗਾ, ਮੈਂ ਤਾਂ ਕਈ ਆਪਣੇ ਪਿੰਡ ਦੇਖਿਆ, ਕਈ ਰੋਡੇ ਮੁੰਡੇ ਨੇ ਜਦੋਂ ਪੱਗ ਆਪਣੇ ਬਾਲ ਰੱਖਣ ਲੱਗੇ ਜਾਂ ਪੱਗ ਬੰਨਣ ਲੱਗੇ, ਉਹਨਾਂ ਨੇ ਆਪਣੇ ਫਿਰ ਰਬੜਾਂ ਪਾ ਲੈਂਦੇ ਸੀਗੇ। ਹਾਂਜੀ ਬਿਲਕੁਲ, ਜੂੜੇ 'ਚ ਥੋੜੀ ਜਿਹੀ ਚੁੰਡੀ ਜਿਹੀ ਕਰਕੇ ਰਬੜ ਪਾ ਲਈ, ਫਿਰ ਜਿਵੇਂ ਹੋਰ ਵੱਧ ਗਿਆ ਫਿਰ ਉਹਨੂੰ ਹੋਰ ਏਦਾਂ ਸਾਂਭਣਾ ਤਾਂ ਕਿ ਪ੍ਰੋਪਰ ਇੱਕ ਵਾਲ ਉਹ ਬਣ ਸਕਣ, ਫਿਰ ਉਹ ਪੱਗ ਮਤਲਬ ਪੂਰੀ ਤਰ੍ਹਾਂ ਉਹ ਬੰਨ੍ਹਦੇ ਆ। ਇਹ ਐਂ ਨਹੀਂ ਹੁੰਦਾ ਕਦੇ ਵੀ ਕੋਈ ਬੰਦੇ ਨੇ ਨਵੇਂ ਬਾਲ ਰੱਖੇ, ਤੁਸੀਂ ਚੱਕ ਕੇ ਉਹਦੇ ਸਿਰ ਤੇ ਪੱਗ ਲਾ ਦੋ ਤੇ ਉਹ ਸਾਰੇ ਵਾਲ ਐਂ ਖਿੰਡ ਜਾਣ, ਐਂ ਨਹੀਂ ਹੁੰਦਾ ਹੈਗਾ। ਤੇ ਖਿੜਨ ਵੀ ਐਂ ਵੀ ਜਿਹਦੇ ਵਿੱਚ ਤਾਜ਼ਾ ਲੱਗੇ ਵੀ ਆ ਤਾਂ ਬੰਦਾ ਵਾਲ ਕੱਟਦਾ ਯਾਰ। ਤੇ ਸੋ ਇਹ ਚੀਜ਼ਾਂ ਨੇ ਨਾ ਜਿਹੜੀਆਂ ਇਹ ਸਪਸ਼ਟ ਹੁੰਦੀਆਂ ਨੇ, ਕਿਉਂਕਿ ਹੁਣ ਸ਼ੱਕ ਦੀਆਂ ਸੂਈਆਂ ਤਾਂ ਵੀ ਜਾਂਦੀਆਂ ਹੈਗੀਆਂ। ਦੰਨੇ ਵਾਲੀ ਸਾਹਿਬ, ਬੰਦਾ ਮਿਲਦਾ ਖੇਤੀਬਾੜੀ ਮੰਤਰੀ ਨੂੰ, ਤੇ ਜਦੋਂ ਮਿਲਦਾ ਕਿਸਾਨ ਮੋਰਚੇ ਦੀ ਗੱਲ ਟੁੱਟੀ ਹੋਈ ਆ 22 ਜਨਵਰੀ ਦੀ ਜੀ, ਇਹ ਜਾ ਕੇ ਖੁਦ ਹੀ ਕਹਿੰਦਾ ਕਿ ਮੇਰੀ ਜੁਲਾਈ ਮਹੀਨੇ ਦੀ ਗੱਲਬਾਤ ਹੋਈ ਹੈ ਵੀ ਤੂੰ ਕੱਲਾ ਕਿਸ ਵਿਹਾਰ ਤੇ ਗਿਆ। ਉੱਥੇ ਫਿਰ ਦੂਜੇ ਨਿਹੰਗ ਜਥੇਬੰਦੀਆਂ ਨੂੰ ਪਤਾ ਕੋਈ ਨਹੀਂ ਹੈਗਾ। ਹੁਣ ਅੱਜ ਦੀ ਘਟਨਾ ਤੋਂ ਬਾਅਦ ਜਿਹੜੀਆਂ ਦੂਜੀਆਂ ਨਿਹੰਗ ਜਥੇਬੰਦੀਆਂ, ਉਹਨੇ ਅਮਨੇ ਵਾਲੇ ਗਰੁੱਪ ਤੋਂ ਆਪਣਾ ਨਾਤਾ ਤੋੜ ਲਿਆ ਤੇ ਇਹ ਵੀ ਕਿਹਾ ਵੀ ਭਾਈ ਤੂੰ ਆਪਣਾ ਸਪਸ਼ਟੀਕਰਨ ਦੇ। ਉਹ ਐਂ ਤਾਂ ਕਰੀ ਜਾਂਦਾ ਵੀ ਕਲੀਅਰ ਕਰੂੰਗਾ, ਕਲੀਅਰ ਕੁਛ ਨਹੀਂ ਹੁੰਦਾ, ਸਗੋਂ ਕਲੀਅਰ। ਪਰ ਉਧਰ ਮਾਨ ਸਿੰਘ ਹੈ ਕੋਈ ਨਿਹੰਗ ਸਿੰਘ, ਉਹ ਕਹਿੰਦੇ ਵੀ ਤੂੰ ਮੇਰੀ ਜਥੇਬੰਦੀ ਦਾ ਨਾਂ ਵਰਤ ਲਾ। ਮਾਨ ਸਿੰਘ ਦਾ ਜ਼ਿਕਰ ਆਉਂਦਾ, ਇਹਨੇ ਵੀ ਮਾਨ ਸਿੰਘ ਦਾ ਜ਼ਿਕਰ ਕੀਤਾ ਵੀ ਮਾਨ ਸਿੰਘ ਜੀ ਆਪ ਤਾਂ ਕਿਤੇ ਗਏ ਹੋਏ ਨੇ ਤੇ ਇਹ ਮਾਨ ਸਿੰਘ ਵਾਲੇ ਹੈਗੇ ਨੇ। ਹੁਣ ਮਾਨ ਸਿੰਘ ਕੌਣ ਆ ਸਾਨੂੰ ਨਹੀਂ ਪਤਾ ਹੈਗਾ। ਮਾਨ ਸਿੰਘ ਆਪ ਕਦੋਂ ਅੱਗੇ ਆਊਗਾ, ਫਿਰ ਮਾਨ ਸਿੰਘ ਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਪਊ ਵੀ ਜਿਹੜੇ ਇਹੋ ਜਿਹੇ ਬੰਦੇ ਨੇ ਹੋਣੇ ਜਿਹੜੇ ਬੰਦੇ ਮਤਲਬ ਗੁੰਡਾਗਰਦੀ ਕਰਦੇ ਹੈਗੇ ਨੇ, ਉਹ ਕੌਣ ਨੇ। ਹੁਣ ਪਤਾ ਇਹ ਵੀ ਲੱਗਿਆ ਕਿ ਇਸੇ ਗਰੁੱਪ ਨੇ ਪਹਿਲਾਂ ਵੀ ਕੁਝ ਵਾਰਦਾਤਾਂ ਕੀਤੀਆਂ ਸੀਗੀਆਂ। ਉਹ ਵੀ ਇਸੇ ਗਰੁੱਪ, ਉਹ ਵਾਰਦਾਤਾਂ ਕਿੱਦਾਂ ਦੀਆਂ, ਕਿਸੇ ਔਰਤ ਦੇ ਨਾਲ ਨੂੰ ਕੁੱਟ ਦਿੱਤਾ, ਠੀਕ ਹੈ, ਕਿ ਕਦੇ ਕਿਸੇ ਨਾਲ ਗੁੰਡਾਗਰਦੀ ਕਰਤੀ, ਖੇਤਾਂ ਦੇ ਵਿੱਚ ਘੋੜੇ ਵਾੜ ਲਏ। ਹਾਲੇ ਕੁਝ ਮਸਲੇ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਤੁਹਾਨੂੰ ਗਿਣਾਏ ਸੀਗੇ, ਉਹ
ਜਿਹਦੇ ਵਿੱਚ ਜਿਵੇਂ ਮੰਨ ਲਓ ਕਿ ਇੱਕ ਮੱਛੀ ਮੋਟਰ ਲਾਈ ਸੀਗੀ, ਉਹਦਾ ਬਿੱਲ ਆ ਗਿਆ, ਬਿੱਲ ਵੀ ਭਰਨ ਦੀ ਜਗ੍ਹਾ ਲੜਨ ਲੱਗੇ, ਸਥਾਨਕ ਇੱਕ ਬੰਦੇ ਦਾ ਗੁੱਟ ਤੋੜਤਾ। ਹਲੇ ਉਹਦੇ ਬਾਰੇ ਮੈਂ ਹਲੇ ਪਤਾ ਕਰਨਾ ਵੀ ਇਹ ਅਮਨੇ ਦੇ ਗਰੁੱਪ ਦਾ ਕੰਮ ਆ ਜਾਂ ਹੋਰ ਕਿਸੇ ਨਿਹੰਗ ਗਰੁੱਪ ਦਾ ਕੰਮ ਆ। ਪਰ ਹੋਇਆ ਕਿ ਲੈ ਤੇ ਕਿ ਇਲਾਜ ਕਰਾਉਣ ਦਾ ਖਰਚਾ, ਬਿੱਲ ਭਰਨ ਦਾ ਖਰਚਾ ਉਹ ਸਾਰਾ ਕਿਸਾਨ ਮੋਰਚੇ ਨੇ ਕੀਤਾ। ਵੈਸੇ ਸਾਨੂੰ ਮੈਨੂੰ ਤਾਂ ਲੱਗਦਾ ਵੀ ਕਿਸਾਨ ਮੋਰਚੇ ਨੂੰ ਪਹਿਲਾਂ ਹੀ ਨਾ ਜਿਹੜਾ ਉਹ ਇਹ ਨਰਮੀ ਵਰਤ ਰਿਹਾ ਵੀ ਆਪ ਹੀ ਬਿੱਲ ਭਰਦਾ। ਇਹ ਕਿਉਂ ਬਿੱਲ ਭਰੇ, ਮਤਲਬ ਸਿੱਧਾ ਕਲੀਅਰ ਕਰੇ ਕਿ ਏਦਾਂ ਦੇ ਗੁੰਡੇ ਅਨਸਰ ਇੱਥੇ ਬੈਠੇ ਹੈਗੇ ਨੇ ਜਿਹੜੇ ਸਿੱਖੀ ਦਾ ਜਾਮਾ ਪਾਈ ਬੈਠੇ ਨੇ ਜਾਂ ਨਿਹੰਗ ਸਿੰਘ ਕਹਾਉਂਦੇ ਨੇ, ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ। ਕਿਉਂਕਿ ਤੁਸੀਂ ਦੇਖੋ ਨਾ, ਸਥਾਨਕ ਲੋਕਾਂ ਦੀ ਸਪੋਰਟ ਮਿਲੀ ਹੋਈ ਆ ਤੇ ਸਥਾਨਕ ਲੋਕਾਂ ਦੇ ਉੱਤੇ ਜ਼ਿਆਦਾ ਆਰੋਪ ਝਾੜ ਰਹੇ ਨੇ, ਗੁੰਡਾਗਰਦੀ ਕਰਦੇ ਨੇ ਸਿੱਧਾ। ਇਹ ਤਾਂ ਗਵਰਨਮੈਂਟ ਤਾਂ ਚਾਹੁੰਦੀ ਆ ਵੀ ਸਥਾਨਕ ਲੋਕਾਂ ਬਿਲਕੁਲ ਗਵਰਨਮੈਂਟ ਦਾ ਇਹੀ ਕੁਛ ਹੀ ਚਾਹੁੰਦੀ ਹੈ ਵੀ ਲੋਕਲ ਨਾਲ ਇਹਨਾਂ ਦਾ ਦੁਫੇੜ ਪਵੇ ਨਾ, ਲੋਕਲ ਨਾਲ ਕਰ ਰਹੇ ਨੇ। ਅੱਛਾ, ਹੁਣ ਨਵੀਆਂ ਗੱਲਾਂ ਕੁਝ ਹੋਰ ਆਉਣ ਲੱਗੀਆਂ। ਪਿੰਕੀ ਕੈਟ ਨੂੰ ਕਹਿ ਰਿਹਾ, ਇਹਦੇ ਬਾਰੇ ਕਹਿ ਰਿਹਾ ਕਿ ਮੇਰੀ ਅਮਨੇ ਨਾਲ ਜਿਹੜੀ ਮੁਲਾਕਾਤ ਜੇਲ੍ਹ ਵਿੱਚ ਹੁੰਦੀ ਹੈ ਤੇ ਅਮਨਾ ਕਹਿੰਦਾ ਕਿ ਨਹੀਂ, ਆ ਮੋਰਚੇ ਦੌਰਾਨ ਹੀ ਮੇਰੀ ਗੱਲਬਾਤ ਹੁੰਦੀ ਹੈਗੀ ਆ। ਦੋਹਾਂ ਦੀ ਇੰਟਰਵਿਊ ਤੁਸੀਂ ਦੇਖੋ ਆਪਸ ਵਿੱਚ ਮਿਲਦੀ ਨਹੀਂ ਤੇ ਪਿੰਕੀ ਦੇ ਵੀ ਬਿਆਨ ਆਪਸ ਵਿੱਚ ਨਹੀਂ ਰਲਦੇ। ਪਿੰਕੀ ਦੇ ਤੇ ਅਮਨੇ ਦੇ ਦੋਹਾਂ ਦੇ ਨਹੀਂ ਰਲਦੇ। ਮੈਂ ਉਹੀ ਕਹਿ ਰਿਹਾ ਵੀ ਨਹੀਂ, ਉਹਨਾਂ ਦੋਹਾਂ ਦੇ ਤਾਂ ਰਲਣੇ ਕੀ ਹੈ ਕਿ ਪਿੰਕੀ ਦੇ ਖੁਦ ਨਾਲ ਹੀ ਸੈਲਫ ਕੰਟਰਾਡਿਕਟਰੀ ਹੈ, ਖੁਦ ਨਾਲ ਨਹੀਂ ਰਲਦੇ। ਜਿਹੜੀ ਇੱਕ ਵੀਡੀਓ 'ਚ ਇੰਟਰਵਿਊ ਦਿੱਤੀ ਆ ਉਹ ਵੱਖਰੀ ਤੁਹਾਨੂੰ ਦਿਖਾਈ ਦੇਊਗੀ, ਉਹ ਦੂਜੀ 'ਚ ਵੱਖਰੀ ਗੱਲ ਦੂਜੀ 'ਚ ਵੱਖਰੀ ਤੇ ਟ੍ਰਿਬਿਊਨ 'ਚ ਦਿੱਤੀ ਹੋਈ ਥੋੜੀ ਵੱਖਰੀ ਹੈ। ਤੇ ਸੋ ਇਹ ਤਿੰਨਾਂ ਦੇ ਵਿੱਚ ਫਰਕ ਨਜ਼ਰ ਆਉਂਦਾ ਹੈਗਾ। ਸੋ ਇਸ ਕਰਕੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਫਿਰ ਝੂਠਾ ਹੁੰਦਾ ਉਹਦੇ ਬਿਆਨ ਬਦਲ ਜਾਂਦੇ ਹੁੰਦੇ ਨੇ, ਜਾਂ ਜਿਹਦੇ ਬਿਆਨ ਸੱਚਾਈ ਤੋਂ ਪਤਾ ਹੁੰਦੇ ਨੇ ਉਹ ਬਦਲ ਜਾਂਦੇ ਨੇ। ਅੱਛਾ, ਇੱਕ ਤਾਂ ਇਹ ਪਿੰਕੀ ਵਾਲਾ ਮਾਮਲਾ ਆ ਗਿਆ। ਹੁਣ ਫਿਰ ਕੱਲ ਇੱਕ ਇਹ ਸਾਨੂੰ ਆਏ ਦਿਨ ਮਤਲਬ ਨਵੀਂ ਜਾਣਕਾਰੀ ਪਤਾ ਲੱਗਦੀ ਹੈ ਇਸ ਗਰੁੱਪ ਬਾਰੇ, ਜਿਹੜੇ ਅਮਨੇ ਵਾਲਾ ਗਰੁੱਪ ਆ। ਫਿਰ ਪਤਾ ਲੱਗਿਆ ਵੀ ਇਹਦੇ ਉੱਤੇ ਜੀ ਮਾਮਲਾ ਵੀ ਦਰਜ ਸੀਗਾ। ਇਹ ਤਾਂ 9 ਕੁਆਂਟਲ ਗਾਂਜੇ ਦੇ ਵਿੱਚ ਜਿਹੜਾ ਹੈਗਾ ਇਹ ਜੇਲ੍ਹ ਦਾ ਵੀ ਚਲਾਨ ਨਹੀਂ ਪੇਸ਼ ਹੋਇਆ ਹਜੇ ਵੀ। ਇਹ ਵੀ ਇੱਕ ਵੱਡੀ ਗੱਲ ਹੈ ਵੀ ਇਹਦਾ ਚਲਾਨ ਕਿਉਂ ਨਹੀਂ ਪੇਸ਼ ਹੋਇਆ 2018 ਦਾ ਹੁਣ ਤੱਕ। ਚਲਾਨ ਕਿਉਂ ਨਹੀਂ ਪੇਸ਼ ਹੋਇਆ? ਹਾਂ ਬਿਲਕੁਲ। ਅੱਛਾ, ਫਿਰ ਇਹਦੇ ਮਾਪੇ ਕਹਿੰਦੇ ਕਿ ਇਹਦੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਕੇ ਅਸੀਂ ਇਹਨੂੰ ਜਿਹੜਾ ਬੇਦਖਲ ਕੀਤਾ ਹੋਇਆ। ਪ੍ਰੋਪਰ ਉਹਨਾਂ ਨੇ ਅਖਬਾਰ ਵੀ ਦਿਖਾਇਆ ਜਿਹਦੇ ਵਿੱਚ ਉਹ ਬੇਦਖਲੀ ਦਾ ਨੋਟਿਸ ਜਾਰੀ ਕੀਤਾ ਹੋਇਆ। ਫਿਰ ਇੱਥੋਂ ਹੁਣ ਕਮਾਲ ਦੀ ਚੀਜ਼ ਇਹ ਹੈਗੀ ਆ ਵੀ ਆਮ ਤੌਰ ਤੇ ਜੇ ਅਸੀਂ ਸਿੱਖੀ ਦੇ ਫਲਸਫੇ ਦੇ ਵਿੱਚ ਤਾਂ ਮੋਟੇ ਤੌਰ ਤੇ ਇਹੀ ਕਹਿੰਦਾ ਵੀ ਭਾਈ ਪਹਿਲਾਂ ਆਪਣੇ ਮਾਂ-ਬਾਪ ਨੂੰ ਸਾਂਭ ਲਓ, ਜਿਹੜੇ ਬਜ਼ੁਰਗ ਨੇ। ਜੇ ਮਾਂ-ਬਾਪ ਤੁਹਾਡੇ ਮਤਲਬ ਜਾਂ ਬਜ਼ੁਰਗ ਨੇ ਖੁਦ ਹੱਥੀਂ ਕੁਝ ਕਰਨ ਜੋਗੇ ਨਹੀਂ, ਤੁਸੀਂ ਉਹਨਾਂ ਦੀ ਸੇਵਾ ਕਰ ਲਓ, ਉਹੀ ਬਹੁਤ ਹੈਗੀ ਆ। ਹੁਣ ਜਿਹੜੇ ਬੰਦੇ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਜਿਹੜਾ ਹੈਗਾ ਭੱਜਦੇ ਹੈਗੇ ਨੇ, ਮਾਂ-ਬਾਪ ਉਹਨਾਂ ਦੇ ਹਰਕਤਾਂ ਤੋਂ ਲੈ ਕੇ, ਇੱਕ ਤਾਂ ਹੁੰਦਾ ਵੀ ਮਾਂ-ਬਾਪ ਨਾਲ ਕੋਈ ਵਿਚਾਰਾਂ ਦਾ ਮਤਭੇਦ ਹੋਵੇ, ਉਹ ਸਮਝ ਆਉਂਦਾ ਹੈਗਾ, ਉਹ ਆ ਜਾਂਦਾ, ਉਹਦੇ ਵਿੱਚ ਹੋ ਸਕਦਾ ਮਾਪੇ ਤੁਹਾਨੂੰ ਉੱਥੇ ਵੀ ਬੇਦਖਲ ਕਰਦੇ, ਉਹ ਇੱਕ ਵੱਖਰਾ ਮਸਲਾ ਸੀ, ਸਮਝਦੇ ਆ ਉਹਨੂੰ। ਪਰ ਤੁਹਾਡੇ ਮਾਪੇ ਤੁਹਾਡੀਆਂ ਪੁੱਠੀਆਂ ਹਰਕਤਾਂ ਕਰਕੇ ਤੁਹਾਨੂੰ ਬੇਦਖਲ ਕਰਦੇ ਨੇ, ਤੁਸੀਂ ਉਹ ਆਪਣੇ ਉਸ ਚੀਜ਼ ਨੂੰ ਲੁਕਾਉਣ ਲਈ ਤੁਸੀਂ ਇੱਕ ਪਵਿੱਤਰ ਜਾਮਾ ਪਾ ਲੈਂਦੇ ਜਿਹਨੂੰ ਰਿਸਪੈਕਟ ਮਿਲੀ ਹੋਈ ਹੈ ਸਮਾਜ ਦੇ ਵਿੱਚ। ਸੋ ਦੂਜੇ ਪਾਸੇ ਅਸੀਂ ਉਹਨਾਂ ਲੋਕਾਂ ਲਈ ਜਗਾਰੇ ਛੱਡਣ ਲੱਗ ਜਾਂਦੇ ਜਿਹਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਹੀਂ ਸਾਂਭੀਆਂ ਕਦੇ। ਅੱਛਾ, ਜਿਨ੍ਹਾਂ ਨੇ ਮਰਡਰ ਅਸੀਂ ਪੜਤਾਲ ਦੇ ਵੀ ਨਹੀਂ ਨਾ ਜੀ, ਜਾਂ ਤਾਂ ਇਹਦੇ ਵਿੱਚ IT ਸੈੱਲ ਹੈ ਕੋਈ ਜਿਹੜੇ ਕਰਵਾ ਰਹੇ ਨੇ, ਕਿਉਂਕਿ ਸਾਡੇ ਬੰਦੇ ਮੈਂ ਬਿਨਾਂ ਗੱਲ ਸੋਚੇ ਬਾਅਦ ਦੇ ਵਿੱਚ ਅਸੀਂ ਫਿਰ ਉਹੀ ਬੈਕ ਗੇਅਰ ਪਾ ਕੇ ਤੁਰਦੇ ਫਿਰਦੇ ਆ, ਨਿਊਟਰਲ ਕਰ ਦਿੰਦੇ ਯਾਰ ਹੁਣ ਕਰੀਏ ਕੀ, ਗੱਲ ਤਾਂ ਆਹ ਨਿਕਲੇ। ਹੁਣ ਮੈਂ ਹੈਰਾਨ ਹੈ ਕਈ ਬੰਦੇ ਤਾਂ ਇਸ ਗੱਲ ਤੇ ਆਪਣੇ ਤੇ ਵੀ ਤਵਾ ਲਾਈ ਜਾਂਦੇ ਜੀ ਹੁਣ ਤੁਹਾਨੂੰ ਬਹਾਨਾ ਮਿਲ ਗਿਆ ਨਿਹੰਗ ਸਿੰਘਾਂ ਨੂੰ ਨਿੰਦਣ ਦਾ, ਹੁਣ ਫਲਾਨਾ। ਮੈਨੂੰ ਬੜੀਆਂ ਮੈਸੇਜਸ ਵੀ ਆ ਰਹੇ। ਉਹ ਮੈਂ ਕਹਿ ਰਿਹਾ ਨਿੰਦੇ ਥੋੜ੍ਹਾ, ਉੱਥੇ ਜੋ ਕਰੀ ਜਾਂਦੇ ਆ ਮਸਲਾ ਕੋਈ ਹੋਰ ਹੈ। ਗਏ ਕੁਛ ਗਏ ਕੀ ਕਹਿੰਦੇ ਸਮਝ ਲਓ ਕਿਸੇ ਕੰਮ ਨੂੰ ਆ, ਕਰੀ ਤੁਸੀਂ ਹੋਰ ਜਾਂਦੇ ਹੋ। ਫਿਰ ਦੂਜੀਆਂ ਨਿਹੰਗ ਜਥੇਬੰਦੀਆਂ ਕਿਉਂ ਨਾ ਪਹੁੰਚ ਗਈਆਂ ਫਿਰ ਉੱਥੇ, ਤੁਸੀਂ ਹੀ ਕਿਉਂ ਗਏ ਹੋ? ਫਿਰ ਜੇ ਤੁਹਾਡੀ ਮੁਲਾਕਾਤ ਹੁੰਦੀ ਹੈ ਤੁਸੀਂ ਮੁਲਾਕਾਤ ਕਿਉਂ ਨਹੀਂ ਜੱਗ ਜ਼ਾਹਰ ਕਰਦੇ? ਫਿਰ ਮੈਨੂੰ ਇੱਕ ਚੀਜ਼ ਹੋਰ ਨਜ਼ਰ ਆਉਂਦੀ ਆ ਇਹਦੇ ਵਿੱਚ, ਜੇਕਰ ਨਿਹੰਗ ਸਿੰਘਾਂ ਦੇ ਗਰੁੱਪਸ ਦੀ ਬਹੁਤਿਆਂ ਦੀ ਗੱਲ ਕਰੀਏ, ਚਲੋ ਇਹ ਐਜੂਕੇਟਡ ਵੀ ਹੈ ਨਹੀਂ, ਧਰਮ ਦਾ ਇਹਨਾਂ ਨੂੰ ਬਹੁਤਿਆਂ ਨੂੰ ਗਿਆਨ ਵੀ ਹੈ ਨਹੀਂ ਜੇਕਰ ਗੱਲ ਕਰੀਏ ਤਾਂ। ਹੁਣ ਇਹਦੀ ਅਮਨੇ ਦੀ ਗੱਲ ਕਰੀਏ ਨੇ, ਕਿੱਥੋਂ ਸਿੱਖ ਧਰਮ ਪੜ੍ਹਿਆ, ਕਿੱਥੋਂ ਇਹਨੇ ਰੋਹ ਰੀਤਾਂ ਸਿੱਖੀਆਂ, ਕੌਣ ਇਹਦਾ ਗੁਰੂ ਸੀ, ਕਿੱਥੋਂ ਇਹ ਆ ਗਿਆ? ਠੀਕ ਹੈ, ਜੇ ਤੇ ਕ੍ਰਿਮੀਨਲ ਕੇਸਿਸ ਹੋ ਗਏ ਤਾਂ ਨਿਹੰਗ ਬਣ ਗਿਆ। ਹੁਣ ਇਹ ਫਿਰ ਨਿਹੰਗ ਜਿਹੜਾ ਬੰਦਾ, ਤੁਸੀਂ ਵੀ ਸਿਆਣੇ ਹੋ, ਗੈਂਗਸਟਰ ਹੋ ਗਿਆ, ਸਮਗਲਰ ਹੋ ਗਿਆ, ਹੋਰ ਹੋ ਗਿਆ, ਪੁਲਿਸ ਨਾਲ ਤਾਂ ਇਹਨਾਂ ਦੇ ਰਿਲੇਸ਼ਨ ਬਣਦੇ ਹੀ ਬਣਦੇ ਆ। ਤੇ ਪੰਜਾਬੀ 'ਚ ਕਹਾਵਤ ਤਾਂ ਪੁਲਿਸ ਕਿਸੇ ਦੀ ਸਕੀ ਨਹੀਂ, ਉਹਨੇ ਤਾਂ ਸਟੇਟ ਦੇ ਅਕੋਰਡਿੰਗ ਕੰਮ ਕਰਨਾ। ਪੰਜਾਬ 'ਚ ਭਾਵੇਂ ਲੱਖ ਕਿਸੇ ਦੀ ਸਰਕਾਰ ਹੋਵੇ ਤੇ ਉੱਥੇ ਅਫਸਰ ਤਾਂ ਪੰਜਾਬ ਪੁਲਿਸ ਦੇ ਕੀ ਕਹਿੰਦੇ ਦਿੱਲੀ ਵੀ ਬੈਠੇ ਸੀਗੇ, ਉਹ ਤਾਂ ਸੈਂਟਰ ਨੇ ਤੇ ਏਜੰਸੀਆਂ ਨੇ ਕੀ ਕਹਿੰਦੇ ਸਾਰਾ ਲਾਉਣਾ, ਡਿਊਟੀਆਂ SSPਆਂ ਤੱਕ ਲੱਗੀਆਂ ਵੀ ਅਸੀਂ ਬੈਠ ਕੇ ਉੱਤੇ ਸਾਨੂੰ ਅਬਜ਼ਰਵੇਸ਼ਨ ਦਿਓ ਵੀ ਕੀ ਹੋ ਰਿਹਾ। ਤੇ ਉੱਥੋਂ ਫਿਰ ਇਹੋ ਜਿਹੇ ਬੰਦੇ ਜਿਹੜੇ ਹੈਗੇ ਨੇ ਉਹ ਕੰਮ ਵੀ ਉਹਨਾਂ ਲਈ ਕਰਦੇ ਨੇ। ਇਹਦੇ ਚ ਹੁਣ ਚੀਜ਼ਾਂ ਆਏ ਨੇ ਨਾ ਵੀ ਇੱਕ ਤਾਂ ਦੇਖੋ ਨਿਹੰਗਾਂ, ਇਹ ਠੀਕ ਆ ਵੀ ਅਸੀਂ ਸਾਰੇ ਸਮਾਜ ਨੂੰ ਮਾੜਾ ਨਹੀਂ ਕਹਿ ਸਕਦੇ, ਸਾਰੇ ਨਹੀਂ ਨਾ ਮਾੜੇ ਹੁੰਦੇ। ਮੈਂ ਤਾਂ ਇੱਕ ਉਹਨਾਂ ਦੀ ਗੱਲ ਕਰਦਾ। ਗੱਲ ਤਾਂ ਮੈਂ ਕੱਲ ਵੀ ਗੱਲ ਕਰ ਰਹੀ, ਕੈਨੇਡਾ ਦੇ ਵਿੱਚ ਲੜਦੇ ਕਿੰਨੇ ਖੂਣੇ ਆ, ਇੱਕ ਗੱਲ ਦੱਸੋ। 10 ਜਾਂ 20 ਜੇ ਬਰੈਂਪਟਨ ਏਰੀਆ ਤੇ ਕਮਿਊਨਿਟੀ ਸਾਰੀ ਬਦਨਾਮ ਹੋਈ ਜਾਂਦੀ ਹੈ।
ਗੁਰੂ ਘਰ ਦੇ ਵਿੱਚ ਇੱਕ ਦੇ ਵਿੱਚ ਪੁਲਿਸ ਅਸੀਂ ਉਧਰ ਵਾੜਦੇ ਆ ਤੇ ਬਦਨਾਮ ਸਾਰੇ ਸਿੱਖ ਗੁਰੂ ਘਰ ਹੋ ਰਹੇ ਨੇ ਵੀ ਦੇਖੋ ਜੀ ਅਮਰੀਕਾ ਕੈਨੇਡਾ ਤਾਂ ਹਰ ਤੀਜੇ ਦਿਨ ਪੁਲਿਸ ਵੜੀ ਰਹਿੰਦੀ ਹੈ ਗੁਰਦੁਆਰਿਆਂ 'ਚ। ਜਿਵੇਂ ਤੁਸੀਂ ਕਹਿ ਰਹੇ ਹੋ ਨਾ ਵੀ ਜਿਹੜੇ ਸਾਡੇ ਦਰਸ਼ਕ ਕਹਿੰਦੇ ਨੇ ਵੀ ਅਸੀਂ ਤਵਾ ਲਾਉਂਦੇ ਆ, ਮਸਲਾ ਹੈਗਾ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਅਸੀਂ ਸਾਰਿਆਂ ਦੀ ਗੱਲ ਨਹੀਂ ਕਰਦੇ। ਪਹਿਲੀ ਗੱਲ ਤੇ ਸਮਝਣ ਦੀ ਲੋੜ ਹੈਗੀ ਆ ਚੀਜ਼ਾਂ ਨੂੰ, ਮਤਲਬ ਅਸੀਂ ਸਾਰਿਆਂ ਨੂੰ ਇੱਕ ਰਸਤੇ ਨਹੀਂ ਲਪੇਟ ਰਹੇ, ਪਰ ਜਿਹੜੇ ਤੱਥ ਸਾਡੇ ਸਾਹਮਣੇ ਆ ਰਹੇ ਆ, ਕਿਉਂਕਿ ਇੱਕ ਜਰਨਲਿਸਟ ਤੱਥਾਂ ਨਾਲ ਹੀ ਗੱਲ ਕਰੇਗਾ ਨਾ, ਤੇ ਉਹਦੇ ਵਿੱਚ ਕੀ ਹੈ ਰਿਹਾ ਵੀ ਇਹਦੇ ਵਿੱਚ ਚੀਜ਼ਾਂ ਦੇਖਣ ਵਾਲੀਆਂ ਕਿ ਇਸ ਤਰ੍ਹਾਂ ਦੇ ਲੋਕਾਂ ਦਾ ਜਿਹੜਾ ਕਰੈਕਟਰ ਸ਼ੁਰੂ ਤੋਂ ਹੀ, ਚਾਹੇ ਉਹ 80ਵਿਆਂ ਦੇ ਵਿੱਚ ਪੰਜਾਬ ਸੰਕਟ ਹੋਵੇ ਉਸ ਵੇਲੇ ਦੇਖ ਲਓ, ਸਮੇਂ-ਸਮੇਂ ਤੇ ਪੁਸ਼ਤ ਪਨਾਹੀ ਰਹੀ ਹੈ ਸਟੇਟ ਦੀ, ਉਦੋਂ ਸਹੂਲਤਾਂ ਲੈਂਦੇ ਰਹੇ ਨੇ। ਹੁਣ ਇਹ ਬਾਕੀ ਇਹ ਹੈਗਾ ਕਿ ਜਿਹੜੀਆਂ ਹੁਣ ਮੁਲਾਕਾਤਾਂ ਹੋ ਰਹੀਆਂ, ਜਦੋਂ ਮੁਲਾਕਾਤਾਂ ਕਿਸਾਨ ਲੀਡਰ ਨਹੀਂ ਕਰ ਰਹੇ, ਮੁਲਾਕਾਤਾਂ ਸਰਕਾਰ ਨੇ ਇੱਕਦਮ ਬੰਦ ਕੀਤੀਆਂ, ਸਰਕਾਰ ਕਿਉਂ ਇਹਨਾਂ ਨੂੰ ਬੁਲਾ ਰਹੀ ਹੈ? ਇਹ ਕਿਉਂ ਜਾ ਰਹੇ ਹੈਗੇ ਨੇ? ਜੇ ਗਏ ਨੇ ਤਾਂ ਇਹੋ ਜਿਹੀ ਕੋਈ ਡੀਲ ਹੋਈ ਸੀ ਤਾਂ ਇਹਨਾਂ ਨੇ ਆ ਕੇ ਬਾਹਰ ਕਿਉਂ ਨਹੀਂ ਦੱਸਿਆ? ਤੁਹਾਨੂੰ ਯਾਦ ਹੋਣਾ ਜਦੋਂ ਕਿਸਾਨ ਆਗੂ ਜਾਂਦੇ ਹੁੰਦੇ ਸੀ ਨਾ, ਉਹ ਮੀਡੀਆ ਨੂੰ ਕੱਲੀ ਗੱਲ ਦੱਸਦੇ ਸੀ ਵੀ ਅੱਜ ਸਾਡੇ ਨਾਲ ਐਂ ਕੀਤਾ, ਅੱਜ ਸਾਨੂੰ ਐਂ ਕਰਨ ਦੀ ਕੋਸ਼ਿਸ਼ ਕੀਤੀ, ਸਾਰਾ ਕੁਝ ਉਹਨਾਂ ਨੇ ਕੱਲੀ ਚੀਜ਼ ਦੱਸਦੇ ਹੁੰਦੇ ਸੀਗੇ। ਤੇ ਇਹ ਚੋਰੀ ਜਾਇਆ ਹੋਰ ਲੋਕਾਂ ਨੂੰ ਦੱਸਣ ਦੀ ਖਾਦੀ ਖੜੀ ਇਹਨਾਂ ਨੇ ਆਪਣੇ ਬਾਕੀ ਦੀਆਂ ਨਿਹੰਗ ਜਥੇਬੰਦੀਆਂ ਨੂੰ ਵੀ ਨਹੀਂ ਦੱਸਿਆ। ਤੁਸੀਂ ਜਾਣ ਵੇਲੇ ਆਪਣੀਆਂ ਨਿਹੰਗ ਜਥੇਬੰਦੀਆਂ ਨੂੰ ਤਾਂ ਦੱਸੋ ਵੀ ਅਸੀਂ ਜਾ ਰਹੇ ਹਾਂ। ਤੀਜੀ ਗੱਲ, ਉਰੇ ਦੇਖੋ ਜੀ ਮੋਰਚਾ ਜੇ ਤੁਹਾਨੂੰ ਏਡਾ ਹੀ ਆ ਨਾ, ਜਿਵੇਂ ਇਹ ਬਾਰ-ਬਾਰ ਹਰੇਕ ਨਿਹੰਗ ਜਥੇਬੰਦੀ ਜਿਹੜੀ ਇੱਥੇ ਬੈਠੀ ਹੈ, ਖਾਸ ਕਰ ਸਿੰਘੂ ਬਾਰਡਰ ਵਾਲੀ, ਉਹ ਕਹਿੰਦੀ ਕਿ ਅਸੀਂ ਤਾਂ ਜੀ ਜ਼ਮੀਨਾਂ ਤਾਂ ਬਾਅਦ ਦੀ ਗੱਲ ਹੈ, ਅਸੀਂ ਤਾਂ ਆਪਣੇ ਗੁਰੂ ਦੀ ਬੇਅਦਬੀ ਰੋਕਣ ਲਈ ਆਏ ਹਾਂ, ਅਸੀਂ ਤਾਂ ਪੂਰੇ ਮਤਲਬ ਨਾ ਖਾਲਸੇ ਦੀ ਜੈਕਾਰੇ ਲਾਉਣ ਲਈ ਆਏ ਆ, ਜੈਕਾਰ ਕਰਨਾ ਹੀ ਹੈ ਬਈ, ਤੇ ਤੁਸੀਂ ਆਹੀ ਕੰਮਾਂ ਲਈ ਆਏ ਆ, ਐਂ ਕਰੋ। ਇਹ ਤਾਂ ਮੋਰਚਾ ਇਕੱਲਾ ਹੈਗਾ, ਸਿੱਧੀ ਗੱਲ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਤੁਸੀਂ ਕੋਈ ਆਪਣਾ ਕੋਈ ਨਵਾਂ ਪ੍ਰਵਚਨ ਦੇਣਾ, ਤੁਸੀਂ ਬੇਅਦਬੀ ਵਾਲਾ ਮੁੱਦਾ ਚੁੱਕਣਾ, ਇਹਨੂੰ ਇੱਕ ਕੌਮੀ ਮੁੱਦਾ ਬਣਾਉਣਾ, ਜੀ ਸਦਕੇ ਬਣਾਓ, ਜੰਮ ਕੇ ਬਣਾਓ, ਤੁਸੀਂ ਇਹਨੂੰ ਫਿਰ ਪੰਜਾਬ ਤੋਂ ਦੁਬਾਰੇ ਅੰਦੋਲਨ ਸ਼ੁਰੂ ਕਰ ਲਓ। ਇਸ ਅੰਦੋਲਨ ਦੇ ਵਿੱਚ ਕਿਉਂ ਇਹ ਗੱਲਾਂ ਕਰ ਰਹੇ ਹੋ? ਅੱਛਾ, ਬੇਅਦਬੀਆਂ ਕੋਈ ਅੱਜ ਦੀਆਂ ਨਹੀਂ ਹੋ ਰਹੀਆਂ, ਨਾਲੇ ਪੰਜਾਬ ਦੇ ਵਿੱਚ ਤਾਂ ਆਲਰੇਡੀ ਇਸ ਗੱਲ ਨੂੰ ਲੈ ਕੇ ਚੱਲ ਰਿਹਾ। ਹੁਣ ਕਿਤੇ ਵੀ ਅੰਦੋਲਨ ਦੇਖੋ, ਬੇਅਦਬੀ ਦਾ ਜਿਹੜਾ ਮਸਲਾ ਹੈਗਾ ਉਹ ਸਿਰਫ ਸਰਕਾਰ ਤੇ ਹੀ ਛੱਡ ਰੱਖਿਆ, ਪ੍ਰੈਸ਼ਰ ਗਰੁੱਪ ਤਾਂ ਕਿਤੇ ਵੀ ਕੋਈ ਨਹੀਂ ਬੈਠਾਗਾ। ਹੁਣ ਦੇਖੋ ਕਿੰਨੀ ਦੇਰ ਤੋਂ ਲੈ ਲਓ, ਜਦੋਂ 15 ਦਾ ਚੱਲਦਾ, 15 ਦੇ ਵਿੱਚ ਨਿਹੰਗ ਜਥੇਬੰਦੀਆਂ ਨੇ ਕੀ ਕੀਤਾ ਵਾ, ਜਾਂ ਫਿਰ ਮੈਂ ਤਾਂ ਸਗੋਂ ਇਹ ਮੰਨਦਾ, ਜਿਵੇਂ ਹੁਣ ਦੇਖੋ ਖੇਤੀ ਕਾਨੂੰਨਾਂ ਦਾ ਮੁੱਦਾ, ਇਹ ਤਾਂ ਇੱਕ ਉੱਭਰਿਆ ਨੂੰ ਕਿਸਾਨ ਜਥੇਬੰਦੀਆਂ ਨੇ ਬੜੀ ਸ਼ਿੱਦਤ ਨਾਲ ਚੁੱਕਿਆ, ਤੁਹਾਡੇ ਮੇਰੇ ਵਰਗੇ ਨੂੰ ਪਤਾ ਲੱਗਿਆ, ਪੜ੍ਹਨ ਲਈ ਮਜਬੂਰ ਹੋਏ ਵੀ ਇਹ ਕੀ ਕਾਨੂੰਨ ਨੇ, ਕੀ ਹੈਗਾ ਵਾ, ਇਹਨੂੰ ਆਪਾਂ ਡੈਪਥ ਵਿੱਚ ਦੇਖਿਆ। ਇਹਨਾਂ ਨੇ ਬੇਅਦਬੀ ਵਾਲਾ ਮੁੱਦਾ, ਜਿਹੜੇ ਬੰਦੇ ਉਦੋਂ ਵੀ ਐਜੀਟੇਸ਼ਨ ਕਰ ਰਹੇ ਸੀ, ਆਪਣਾ ਦਾਨੇ ਵਾਲੀ ਸਾਹਿਬ, ਉਹਨਾਂ ਨੇ ਕਿੰਨੀ ਸ਼ਿੱਦਤ ਨਾਲ ਚੱਕਿਆ ਵੀ ਬਾਅਦ ਵਿੱਚ ਮੋਰਚਾ ਛੱਡ ਕਿਉਂ ਦਿੱਤਾ ਹੈਗਾ? ਮੋਰਚੇ ਨੂੰ ਆਏ ਕਿਉਂ ਕਰ ਦਿੱਤਾ? ਇਹ ਸਵਾਲ ਇਹਨਾਂ ਉੱਤੇ ਵੀ ਉੱਠ ਰਹੇ ਹੈਗੇ ਨੇ ਜਿਹੜੇ ਲੀਡ ਕਰਦੇ ਨੇ। ਜੇ ਅਸੀਂ ਇਹੀ ਕਹਿੰਦੇ ਵੀ ਲੀਡਰਸ਼ਿਪ ਤੇ ਸਵਾਲ ਉੱਠੂਗਾ, ਫਿਰ ਉਸ ਵੇਲੇ ਦੀ ਲੀਡਰਸ਼ਿਪ ਤੇ ਵੀ ਉੱਠੂਗਾ, ਜਿਹੜੀ ਉਹਨੂੰ ਲੈ ਕੇ ਜਿਹੜੀ ਉਸ ਸਮੇਂ ਪ੍ਰੋਟੈਸਟ ਕਰ ਰਹੀ ਸੀਗੀ। ਅੱਛਾ, ਉਦੋਂ ਇਹ ਕੀ ਕਰ ਰਹੇ ਸੀ? ਜੇ ਆਈ ਤੁਸੀਂ ਸੌਦੇ ਲਾਉਣ ਦੀ ਗੱਲ ਕਰਦੇ ਹੋ, ਫਿਰ ਤਾਂ ਜਿਹੜੇ ਵੱਡੀਆਂ ਤਾਰਾਂ ਜਾਂਦੀਆਂ ਨੇ, ਉਹਨੂੰ ਵੱਡੇ ਲੋਕਾਂ ਤੱਕ ਹੀ ਗੱਲ ਜਾਂਦੀ ਆ, ਉੱਥੇ ਪਹੁੰਚ ਜਾਓ ਆਪਣਾ, ਇਹੀ ਕੁਝ ਉਨੀ ਤੁਹਾਡੀ ਔਕਾਤ ਨਹੀਂ ਹੈਗੀ। ਬਿਲਕੁਲ। ਮੈਂ ਆਪਾਂ ਦਸਮ ਗ੍ਰੰਥ ਬਾਰੇ ਗੱਲ ਕੀਤੀ, ਸਰਬਜੀਤ ਸਿੰਘ ਸੈਕਰਾਮੈਂਟੋ ਨੇ ਮੈਨੂੰ ਆਪਣੀ ਇੱਕ ਲਿਖਤ ਭੇਜੀ ਹੈ। ਵੈਸੇ ਇੱਕ ਚੀਜ਼ ਮੈਂ ਬੜਾ ਹੈਰਾਨ ਹੈ ਕਿ ਪਤਾ ਨਹੀਂ ਕਿਉਂ ਕਈ ਇਹੋ ਜਿਹੀਆਂ ਲਿਖਤਾਂ ਨੇ ਉਹ ਗੁਰੂ ਗ੍ਰੰਥ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨਾਲ ਕਿਉਂ ਜੋੜ ਦਿੱਤੀਆਂ ਜਾਂਦੀਆਂ, ਜਿਨ੍ਹਾਂ ਦੇ ਵਿੱਚ ਅਸੀਂ ਕਈ ਚੀਜ਼ਾਂ ਨੂੰ ਪਰਿਵਾਰ ਦੇ ਵਿੱਚ ਬਹਿ ਕੇ ਪੜ੍ਹ ਤੱਕ ਨਹੀਂ ਸਕਦੇ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਦੇਖੋ ਹੁਣ ਦਸਮ ਗ੍ਰੰਥ ਹੈ, ਇਹ ਕਿਹਨੇ ਲਿਖਿਆ, ਇਹਦੇ 'ਚ ਕੀ ਚੀਜ਼ ਹੈ, ਹਜੇ ਤੱਕ ਕੁਝ ਨਹੀਂ ਹੈ। ਜੇ ਆਪਾਂ ਇਹਨਾਂ ਦੇ ਮੈਂ 2-4 ਸ਼ਬਦ ਹੀ ਕਹਿੰਦਾ ਕਿ ਨਵੇਂ ਦਿਨ ਆਖੇ ਜਾਂਦੇ ਦਸਮ ਗ੍ਰੰਥ ਬਾਰੇ ਨਵੀਂ ਚਰਚਾ ਸੁਣਨ ਨੂੰ ਮਿਲਦੀ ਹੈ। ਇਸ ਦੇ ਹਮਾਇਤੀ ਅਸਲੀਅਤ ਵੱਲੋਂ ਅੱਖਾਂ ਮੀਟ ਕੇ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਸਾਬਤ ਕਰਨ ਲਈ ਨਵੇਂ ਤੋਂ ਨਵਾਂ ਝੂਠ ਬੋਲ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ 'ਚ ਚੁਣ ਕੇ ਪੰਕਤੀਆਂ ਨੂੰ ਪੇਸ਼ ਕਰਕੇ ਚਰਿਤਰੋਪਾਖਿਆਨ ਵਿੱਚ ਦਰਜ ਗੰਧ ਨੂੰ ਸਹੀ ਸਾਬਤ ਕਰਨ ਦਾ ਕੋਝਾ ਤੇ ਅਸਫਲ ਯਤਨ ਕਰਦੇ ਨੇ। ਇਹ ਤਾਂ ਚਲੋ ਗੱਲ ਇੱਕ ਇਹਦੀ ਨੈਟਸ਼ੈਲ ਆ ਗਈ। ਦੂਸਰੀ ਗੱਲ, ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਦਿੱਤਾ ਹੈ, ਫਿਰ ਉਹ ਆਪਦੀਆਂ ਲਿਖਤਾਂ ਤੇ ਆਪਦੇ ਵੀ ਕੀ ਕਹਿੰਦੇ, ਜੋ ਲਿਖਤਾਂ ਸੀਗੀਆਂ ਜਾਂਦੇ ਉਹਨਾਂ ਨੂੰ ਵੀ ਕਹਿ ਦਿੰਦੇ ਭਾਈ ਇਹਨੂੰ ਮੰਨ ਲਓ ਨਾਲ, ਠੀਕ ਹੈ। ਸੋ ਇਹ ਵੀ ਇੱਕ ਸਾਡੇ ਜਿਹੜੇ ਨੇ ਬੁੱਧੀਜੀਵੀ ਨੇ, ਸਿੱਖ ਬੁੱਧੀਜੀਵੀ, ਅਸੀਂ ਪੱਤਰਕਾਰਤਾ ਆਬਜ਼ਰਵੇਸ਼ਨ ਦੇ ਸਕਦੇ ਹਾਂ। ਇਹ ਸਿੱਖ ਬੁੱਧੀਜੀਵੀਆਂ ਨੂੰ ਵੀ ਇੱਕ ਚੀਜ਼ ਪੜਚੋਲ ਕਰਨ ਦੀ ਲੋੜ ਹੈ ਕਿ ਜਿਹਦਾ ਕੋਈ ਲਿਖਿਆ ਹੈਗਾ ਗੁਰੂ ਗੋਬਿੰਦ ਸਿੰਘ ਜੀ ਨਾਲ ਚੱਕ ਕੇ ਜੋੜ ਦਿੰਦੇ ਨੇ, ਕਿਉਂਕਿ ਦੂਜਿਆਂ ਨਾਲ ਤਾਂ ਜੁੜਦਾ ਨਹੀਂ। ਲਿਖਤ ਤਾਂ ਕੰਪਾਈਲਿੰਗ ਜਿਹੜੀ ਹੋਈ ਹੈ ਐਂਡ ਦੇ ਵਿੱਚ ਕੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕਰਾਈ ਹੈ। ਹੁਣ ਉਸ ਤੋਂ ਬਾਅਦ ਕੀ ਸਾਜ਼ਿਸ਼ਾਂ ਚੱਲੀਆਂ ਨੇ ਸਿੱਖੀ ਬਾਰੇ, ਕੀ ਲਗਾਤਾਰ ਚੱਲੀਆਂ ਨੇ, ਕਿਸ ਤਰ੍ਹਾਂ ਜਿਹੜਾ ਇਹ ਕੰਮ ਕਰਵਾਏ ਜਾਂਦੇ ਨੇ। ਹੁਣ ਲੋ ਗ੍ਰੰਥ ਆ ਗਿਆ, ਹੁਣ ਐਂ ਤਾਂ ਪੋਥੀਆਂ ਤਾਂ ਵਾਧੂ ਨੇ,
ਜੇ ਆਪਾਂ ਗੱਲ ਕਰੀਏ ਫਿਰ ਸਭ ਤੋਂ ਵੱਡੀ ਗੱਲ ਹੈ ਤਾਂ ਜਿਹੜੀ ਅਖਬਾਰਾਂ ਦੇ ਵਿੱਚ ਗੁਰਬਾਣੀ ਛਪਦੀ ਹੈ ਤੇ ਉਹਦੇ ਵਿੱਚ ਕੋਈ ਕੀ ਕਹਿੰਦੇ ਹੈ ਮੱਛੀ ਦੇ ਪਕੌੜੇ ਬਲੇਟੀ ਜਾਂਦਾ ਹੈ, ਦਰਬਾਰ ਸਾਹਿਬ ਦੀ ਤਸਵੀਰ ਛਪਦੀ ਆ ਉਹਦੇ ਵਿੱਚ ਕੀ ਕੁਝ ਹੋਈ ਜਾਂਦਾ, ਫਿਰ ਉਹਨੂੰ ਵੀ ਤਾਂ ਰੋਕਣਾ ਚਾਹੀਦਾ ਨਾ, ਉਹ ਵੀ ਤਾਂ ਇੱਕ ਬੇਅਦਬੀ ਹੋ ਰਹੀ ਹੈ ਨਾ। ਬੜੇ ਸਾਰੇ ਫਿਰ ਲਿਟਰੇਚਰ ਜੇ ਸਿੱਖੀ ਦਾ ਪ੍ਰਚਾਰ ਕਰਨਾ ਤਾਂ ਲਿਟਰੇਚਰ ਛਾਪਣਾ ਪਏਗਾ ਤਾਂ ਲਿਟਰੇਚਰ ਤਾਂ ਕਿਤੇ ਨਾ ਕਿਤੇ ਤੱਕ ਉਹਦੇ ਜਾਏਗਾ ਨਾ ਆਪਣੇ ਸਕ੍ਰੈਪ 'ਚ। ਕੱਲ ਪਰਸੋਂ ਹੀ ਮੈਂ ਇੱਕ ਸੋਸ਼ਲ ਮੀਡੀਆ 'ਤੇ ਪੜ੍ਹ ਰਿਹਾ ਸੀਗਾ, ਉਹ ਵੈਸੇ ਉਹਨੇ ਗੱਲ ਲਿਖਣ ਵਾਲੇ ਨੇ ਬੜੀ ਕਮਾਲ ਦੀ ਲਿਖੀ ਹੈ। ਉਹ ਕਹਿੰਦਾ ਵੀ ਕੱਲ ਨੂੰ ਤਾਂ ਨਾ ਜਿਵੇਂ ਜਿਸ ਤਰ੍ਹਾਂ ਇਹ ਹਰੇਕ ਨੂੰ ਪਵਿੱਤਰ ਗ੍ਰੰਥ ਦਾ ਦਰਜਾ ਦੇਈ ਜਾਂਦੇ ਨੇ, ਕੱਲ ਨੂੰ ਨਰਿੰਦਰ ਸਿੰਘ ਕਪੂਰ ਦੀ ਮਾਲਾ ਮਣਕੇ ਨੂੰ ਵੀ ਨਾਂ ਲਿਖਿਆ, ਮਾਲਾ ਮਣਕੇ ਲਿਖਿਆ ਦੇਖ ਕੇ ਕਹਿ ਦੇਣਗੇ ਤਾਂ ਜੀ ਪਵਿੱਤਰ ਪੋਥੀ ਹੈ। ਵੀ ਇਹ ਕਿਤੇ ਇਹ ਨਾ ਹੋਵੇ ਵੀ ਇਹ ਕਿਸੇ ਫੋਕਸ ਤੇ ਪਈ ਹੁਣ ਇਹ ਉਹਦਾ ਵੀ ਗਾਟਾ ਲਾ ਦੇਣ ਵੀ ਆਹ ਦੇਖ ਭਾਈ ਤੂੰ ਇਹਨੂੰ ਕਿਵੇਂ ਰੱਖਿਆ ਹੋਇਆ ਕਿਤਾਬ ਨੂੰ, ਠੀਕ ਹੈ। ਤੇ ਅੱਛਾ, ਸਾਡੀ ਇਹ ਸੰਕੀਰਣ ਮਾਨਸਿਕਤਾ ਇਸ ਤਰ੍ਹਾਂ ਦੀ, ਮੈਨੂੰ ਯਾਦ ਆ ਕਿ ਇੱਕ ਬੰਦਾ ਗੁਰਬਾਣੀ ਦਾ ਕਾਫੀ ਉਪਾਸ਼ਕ ਸੀਗਾ, ਉਹ ਮੈਨੂੰ ਉਹਨੇ ਦੱਸਿਆ 5 ਸਾਲ ਪਹਿਲਾਂ ਹੀ, ਕਿਉਂਕਿ ਮੇਰੇ ਘਰੇ ਗੀਤਾ ਵੀ ਪਈ ਹੈ, ਗੁਰੂ ਗ੍ਰੰਥ ਸਾਹਿਬ ਵੀ ਪਿਆ, ਪਰ ਮੈਨੂੰ ਹੁਣ ਨਾ ਥੋੜਾ ਜਿਹਾ ਡਰ ਲੱਗਦਾ। ਹਾਲਾਂਕਿ ਇਹ ਘਟਨਾ ਤੋਂ 5 ਸਾਲ ਪੁਰਾਣੀ ਗੱਲ ਕਰ ਰਿਹਾ, ਤਾਂ ਉਦੋਂ ਬੇਅਦਬੀ ਵਾਲੇ ਮਸਲੇ ਸ਼ੁਰੂ ਹੋਏ ਸੀ। ਵੀ ਮੇਰੇ ਕੋਲ ਕਹਿੰਦਾ ਇੱਕ ਬੰਦਾ ਆ ਕੇ ਕਹਿੰਦਾ ਅਖੜ ਜੇ ਸੁਭਾਅ ਦਾ ਵੀ ਤੂੰ ਆਏ ਗੁਰੂ ਜੀ ਨੂੰ ਰੱਖਿਆ ਹੋਇਆ ਏਦਾਂ ਕਰਦਾ ਤੇ ਇਹਦੇ ਲਈ ਆਹ ਕਿਰਿਆ ਹੋਣੀ ਚਾਹੀਦੀ, ਆਹ ਹੋਣਾ ਚਾਹੀਦਾ। ਕਹਿੰਦਾ ਮੈਂ ਹੁਣ ਫਿਰ ਸੋਚਿਆ ਵੀ ਮੈਂ ਅੱਕੇ ਇਹਨੂੰ ਇਹਦੀ ਪਵਿੱਤਰ ਜਗ੍ਹਾ ਰੱਖੀ ਦੇਵਾਂ, ਕਿਉਂਕਿ ਉਹਦਾ ਕਾਰਨ ਇਹ ਹੈਗਾ ਵੀ ਕਿਤੇ ਕੱਲ ਨੂੰ ਮੈਨੂੰ ਨਾ ਕੁਛ ਕਹਿ ਦੇਣ। ਹਾਲਾਂਕਿ ਉਸ ਬੰਦੇ ਨੇ ਕੀ ਕੀਤਾ, ਉਸ ਬੰਦੇ ਦੀ ਖਾਸੀਅਤ ਇਹ ਸੀਗੀ, ਦੇਖੋ 1400 ਤੋਂ ਉੱਪਰ ਪੰਨੇ ਹੈਗੇ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ, ਉਸ ਬੰਦੇ ਦੇ ਉਹ ਜ਼ਬਾਨੀ ਕੰਠ ਸੀਗੇ। ਹੁਣ ਉਹ ਬਜ਼ੁਰਗ ਹਾਲੇ ਪਿਛਲੇ ਸਾਲ ਹੀ ਉਹਨਾਂ ਦੀ ਡੈਥ ਹੋਈ ਹੈ, 80+ ਸੀਗੇ। ਤੇ ਗੁਰੂ ਗ੍ਰੰਥ ਸਾਹਿਬ ਮਤਲਬ ਕੰਠ ਕਰਨਾ ਬਹੁਤ ਵੱਡੀ ਗੱਲ ਹੈ, ਹਿੱਸੇ ਆਉਂਦਾ ਹੈਗਾ। ਪਰ ਉਹ ਕੁਝ ਲੋਕ ਮਤਲਬ ਏਦਾਂ ਗਿਆਨ ਦੇ ਲਈ ਉਹਨੂੰ ਪੜ੍ਹਦੇ ਨੇ। ਉਹਨਾਂ ਬਜ਼ੁਰਗਾਂ ਨੇ ਮਤਲਬ ਤੁਸੀਂ ਦੇਖੋ ਕਿ ਜਦੋਂ ਬੁੱਧ ਧਰਮ ਨੂੰ ਪੜ੍ਹਿਆ ਤਾਂ ਉਹਨਾਂ ਨੇ ਪਾਲੀ ਭਾਸ਼ਾ ਨਾ ਜਿਹੜੀ ਉਹ ਖੁਦ ਸਿੱਖੀ, ਪਾਲੀ ਭਾਸ਼ਾ ਸਿੱਖੀ। ਮਤਲਬ ਪਾਲੀ ਭਾਸ਼ਾ ਦੇ ਵਿੱਚ ਬੁੱਧ ਧਰਮ ਨੂੰ ਪੜ੍ਹਨ ਦੀ ਇੱਛਾ ਸੀ, ਕਿਉਂਕਿ ਮੇਨ ਤੌਰ ਤੇ ਉਹ ਪਾਲੀ ਭਾਸ਼ਾ 'ਚ ਲਿਖਿਆ ਸੀ। ਮੇਰੇ ਲਈ ਉਹ ਬਜ਼ੁਰਗ ਮਤਲਬ ਗਿਆਨ ਦਾ ਸਰੋਤ ਹੁੰਦੇ ਸੀ, ਕਿ ਜਦੋਂ ਮੈਂ ਕੋਈ ਧਾਰਮਿਕ ਮਸਲੇ ਦੇ ਰੂਬਰੂ ਹੋਣਾ ਹੁੰਦਾ ਮੈਂ ਉਹਨਾਂ ਤੋਂ ਜਾ ਕੇ ਉਹਨਾਂ ਨੂੰ ਦੀ ਸ਼ਰਨ ਵਿੱਚ ਜਾਂਦਾ ਹੁੰਦਾ ਸੀਗਾ। ਸੋ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਮਤਲਬ ਬੈਠੇ ਜਿਹੜੇ ਕਿ ਗਿਆਨ ਦੇ ਲਈ ਕਰਦੇ ਨੇ, ਪਰ ਜਦੋਂ ਇਸ ਤਰ੍ਹਾਂ ਦੇ ਬੰਦੇ ਆ ਜਾਂਦੇ ਨੇ ਅੱਗੇ ਠੇਕੇਦਾਰ ਬਣ ਕੇ, ਜਿਨ੍ਹਾਂ ਨੂੰ ਆਪ ਕੱਖ ਨਹੀਂ ਪਤਾ ਹੈਗਾ ਹੈ ਤੇ ਧਰਮ ਦਾ, ਉਹ ਮਤਲਬ ਇਸ ਤਰ੍ਹਾਂ ਦੀ ਜਿਹੜੀ ਸੋਚ ਨੂੰ, ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਜਿੱਦਾਂ ਦੀ ਮੈਂ ਉਦਾਹਰਨ ਦਿੱਤੀ ਆ, ਸਮਾਜ 'ਚ ਉਹਨਾਂ ਦੀ ਇਹ ਬੰਦੇ ਜਗ੍ਹਾ ਬਿਲਕੁਲ ਹੀ ਨਹੀਂ ਰੱਖਣ ਦੇਣਗੇ ਮਤਲਬ ਇਸ ਤਰ੍ਹਾਂ ਦੀ ਸੋਚ ਵਾਲੇ ਬੰਦੇ ਤਾਂ। ਜੀ ਕਾਲਸ ਕਰ ਸਕਦੇ ਹੋ ਜੀ। ਮੇਰੀ ਗੁਜ਼ਾਰਿਸ਼ ਮੰਨੋ, ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਕੋਈ ਵੀ ਜਿਹੜੀ ਕਾਲ ਕਰਨੀ ਹੈ ਉਹ ਪਲੀਜ਼ ਰੈਗੂਲਰ ਕਾਲ ਕਰੋ। ਮੈਂ WhatsApp ਕਾਲ ਨਹੀਂ ਲੈ ਸਕਦਾ ਗਾ, ਇਹ ਬੇਨਤੀ ਮੇਰੀ ਕਬੂਲ ਕਰੋ। ਮੈਸੇਜ ਕਰ ਸਕਦੇ ਹੋ ਤਾਂ ਪੜ੍ਹ ਜ਼ਰੂਰ ਮੈਂ ਸਕਦਾ, ਸੋ ਇਸ ਕਰਕੇ ਮੇਰੀ ਬੇਨਤੀ ਕਬੂਲ ਕਰੋ। 92 164 10666 ਤੇ 98 149 10666 ਦੇ ਉੱਤੇ ਤੁਸੀਂ ਜਿਹੜੀ ਹੈ ਕਾਲ ਕਰ ਸਕਦੇ ਹੋ। ਸੋ ਆਪਾਂ ਇੱਧਰ ਨੂੰ ਵੀ ਆ ਗਏ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ, ਪਰ ਜੇ ਆਪਾਂ ਤਮਾਮ ਗੱਲ ਕਰੀਏ ਕਾਲ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਜੀ ਬਾਜਵਾ ਸਾਹਿਬ। ਸਤਿ ਸ੍ਰੀ ਅਕਾਲ ਦਾਨੇਵਾਲੀ ਸਾਹਿਬ, ਸੁਰਿੰਦਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸਲ ਵਿੱਚ ਦਾਨੇਵਾਲੀ ਸਾਹਿਬ ਇਹ ਜਿੰਨਾ ਵੀ ਗ੍ਰੰਥਾਂ ਦਾ ਆਪਾਂ ਤੁਸੀਂ ਜ਼ਿਕਰ ਕਰਦੇ ਪਏ ਆ, ਇਹ ਜਿਸ ਵੇਲੇ ਮਹਾਰਾਜ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਸਰਸਾ ਨਦੀ ਤੇ ਆਣ ਕੇ ਜਿੰਨਾ ਇਹ ਖਜ਼ਾਨਾ ਸਤਿਗੁਰਾਂ ਦੇ ਕੋਲ ਸੀ ਨਾ, 52 ਕਵੀਆਂ ਦੇ ਹੱਥ ਲਿਖਤਾਂ, ਉਹਨਾਂ ਦੇ ਗ੍ਰੰਥ ਜੋ ਕੁਛ ਸੀ, ਮਤਲਬ ਸਾਰਾ ਕੁਝ ਹੀ ਸਰਸਾ ਦੀ ਭੇਟ ਹੋ ਗਿਆ ਗੁਰੂ ਸਾਹਿਬਾਂ ਕੋਲ, ਸਿਵਾਏ ਉਹਨਾਂ ਦੇ ਵਸਤਰਾਂ ਤੋਂ ਕੋਈ ਚੀਜ਼ ਵੀ ਜਿਹੜੀ ਨਹੀਂ ਸੀ ਰਹਿ ਗਈ। ਬਲਕਿ ਸੋਚੇਗਾ ਕਿ ਗੁਰੂ ਸਾਹਿਬਾਂ ਦਾ ਜਿਹੜਾ ਬਾਜ ਹੈ ਨਾ, ਉਹ ਵੀ ਇਤਿਹਾਸ ਲਿਖਦਾ ਕਿ ਉਹ ਵੀ ਉੱਥੇ ਹੀ ਸ਼ਹਾਦਤ ਪਾ ਗਿਆ ਸੀ। ਉਸ ਤੋਂ ਅੱਗੇ ਨਾ ਚਮਕੌਰ ਦੀ ਗੜੀ ਵਿੱਚ ਬਾਜ ਆਇਆ, ਨਾਲ ਨਾ ਅੱਗੇ ਕਿਤੇ ਉਹਦਾ ਮਤਲਬ ਵੀ ਜ਼ਿਕਰ ਕੀਤਾ ਇਤਿਹਾਸ ਦੇ ਵਿੱਚ। ਇਸੇ ਤਰ੍ਹਾਂ ਇਹ ਜਿਹੜੇ ਗ੍ਰੰਥ ਨੇ, ਜਿਹੜੇ ਗ੍ਰੰਥ ਦਾ ਦਸਮ ਗ੍ਰੰਥ ਦੀ ਗੱਲ ਕਰਦੇ ਆ, ਇਹ ਹੈਗਾ ਗਿਆਨੀ ਸੰਤੋਖ ਸਿੰਘ ਚੂੜਾਮਣ ਨੇ ਲਿਖਿਆ, ਤੇ ਲਿਖਿਆ ਹੈ ਉਸ ਤੋਂ ਇਹ ਬਾਅਦ ਤੇ ਲਿਖੇ। ਫਿਰ ਉਸਦਾ ਅੱਗੇ ਹੋਇਆ ਪੋਤਰਾ, ਜਿਹੜਾ ਅਸਲ ਗ੍ਰੰਥ ਜਿਹੜਾ ਲਿਖਿਆ ਸੀ ਨਾ, ਉਹ ਗਾਇਬ ਹੋ ਗਿਆ। ਕਿਸੇ ਢੰਗ ਨਾਲ ਸਰਕਾਰਾਂ ਨੇ ਕਰ ਲਿਆ, ਕੀ ਕੀਤਾ, ਕਿੱਦਾਂ ਹੋਇਆ ਜੀ। ਉਸ ਤੋਂ ਬਾਅਦ ਫਿਰ ਇਹ ਅੰਗਰੇਜ਼ ਅੱਗੇ ਆਣ ਕੇ ਤੇ ਇੱਥੇ ਤਰਾਵੜੀ ਦੇ ਕੋਲ ਇੱਕ ਸਥਾਨ ਹੈ, ਜਗ੍ਹਾ ਹੈ, ਉਹਦੇ ਨਾਲ ਕੁਛ ਵਿਦਵਾਨ ਪੰਡਤ ਬਿਠਾ ਲਏ ਤੇ ਗਿਆਨੀ ਸੰਤੋਖ ਸਿੰਘ ਚੂੜਾਮਣ ਦਾ ਪੁੱਤਰਾ ਪ੍ਰਹਲਾਦ ਜੀ, ਉਹਨੂੰ ਪ੍ਰਹਲਾਦ ਜੀ ਕਹਿੰਦੇ ਸੀ ਉਹਦਾ ਨਾਮ, ਇਹ ਜਿਹੜਾ ਹੈਗਾ ਦਸਮ ਗ੍ਰੰਥ ਹੈ, ਇਹ ਉਸ ਜਗ੍ਹਾ ਤੇ ਲਿਖਿਆ ਗਿਆ। ਮੈਂ ਉੱਥੇ ਜਾ ਕੇ ਆਇਆ, ਇਹ ਬਾਅਦ ਵਿੱਚ ਲਿਖਾਇਆ ਤੇ ਉਹ ਸ਼ਾਸਤ ਕਰਨ ਦੇ ਵਾਸਤੇ ਇਹਦੇ ਵਿੱਚ ਜੋ ਚਰਿੱਤਰ ਚਰੂਤਰ ਤੇ ਲੱਟਰ ਪੱਟਰ ਜੋ ਕੁਛ ਹੈਗਾ, ਜਿਹੜਾ ਸੰਗਤ ਦੇ ਵਿੱਚ ਨਾ ਬੋਲਣ ਯੋਗ ਤੇ ਨਾ ਦੱਸਣ ਯੋਗ ਗੱਲਾਂ ਨੇ,
ਇਹ ਬਾਅਦ ਚ ਲਿਖਿਆ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਗ੍ਰੰਥ ਨੇ ਨਾ, ਇਹ ਗੁਰੂ ਸਾਹਿਬਾਂ ਦੇ ਠੀਕ ਹੈ, ਨਿਹੰਗ ਸਿੰਘ ਮੰਨਦੇ ਮੰਨੀ ਜਾਣ, ਪਰ ਇਹ ਦੱਸਣ ਤੇ ਗੁਰੂ ਸਾਹਿਬਾਂ ਦੇ ਮੈਂ ਇਹ ਤਾਂ ਅੱਜ ਇਹ ਗੱਲ ਕੀਤੀ ਹੈ ਵੀ ਸਾਰਾ ਖਜ਼ਾਨਾ ਤੇ ਸਰਸਾ ਦੀ ਭੇਟ ਹੋ ਗਿਆ ਸੀ ਜੀ। ਕੀ ਗੱਲ ਇਹ ਗ੍ਰੰਥ ਗੁਰੂ ਸਾਹਿਬਾਂ ਨੇ ਕਿਸ ਤਰ੍ਹਾਂ ਸੰਭਾਲ ਕੇ ਰੱਖ ਲਏ, ਕਿਵੇਂ ਉਹਨਾਂ ਦੇ ਕੋਲ ਰਹਿ ਗਏ? ਸਿਰਫ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਨੰਦਪੁਰ ਸਾਹਿਬ ਵਿੱਚ ਭਾਈ ਗੁਰਬਖਸ਼ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਨਹੀਂ ਸੀ ਆਏ। ਜ਼ਿਲ੍ਹੇ ਦੇ ਵਿੱਚ ਭਾਈ ਗੁਰਬਖਸ਼ ਸਿੰਘ ਉਦਾਸੀ ਨੂੰ ਇਹਨਾਂ ਦੀ ਸੇਵਾ ਸੰਭਾਲ ਦੇ ਕੇ ਤੇ ਸਤਿਗੁਰੂ ਬਚਨ ਕਰਕੇ ਆਏ ਹਨ ਤੇ ਭਾਈ ਜੀ ਤੁਸੀਂ ਇਹਨਾਂ ਦੀ ਸੇਵਾ ਸੰਭਾਲ ਕਰਨੀ ਤੇ ਤੁਹਾਡੀ ਸੇਵਾ ਸੰਭਾਲ ਗੁਰੂ ਕਰੇਗਾ, ਤੁਹਾਨੂੰ ਤੱਤੀ ਵਾਰ ਨਹੀਂ ਲੱਗੇਗੀ। ਹੋਇਆ ਵੀ ਐਸਾ ਹੀ ਜੀ। ਹੁਣ ਮੇਰਾ ਸਿਰਫ ਇਹੀ ਗੱਲ ਹੈ ਕਿ ਇਹ ਗ੍ਰੰਥ ਸਾਡੇ ਵਿੱਚ ਵਾਦ ਵਿਵਾਦ ਤੇ ਸਿੱਖੀ ਨੂੰ ਵੱਖਰੇ ਵੱਖਰੇ ਢੰਗ ਨਾਲ ਪਾੜਨ ਵਾਸਤੇ ਤੇ ਵੱਖਰੇ ਵੱਖਰੇ ਅੱਗੋਂ ਉਸ ਤਰ੍ਹਾਂ ਦੇ ਪ੍ਰਚਾਰਕ ਆ ਗਏ ਨੇ। ਕੋਈ ਕਿਸੇ ਨੂੰ ਮੰਨੀ ਜਾਂਦਾ। ਸਾਨੂੰ ਆਖਰੀ ਵਾਰੀ ਨੰਦੇੜ ਸਾਹਿਬ ਸਤਿਗੁਰੂ ਜਾਣ ਲੱਗੇ ਕਹਿ ਗਏ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਮੁਖੋ ਸਭ ਨੂੰ ਕਿਹਾ ਸੁਣਾਏ ਸਿੱਖੋ, ਗੁਰੂ ਰੂਪ ਤੇ ਗੁਰੂ ਹੈ ਰੂਪ ਬਾਣੀ, ਅੱਗੋਂ ਸ਼ਬਦ ਦੇ ਵਿੱਚ ਸਮਾਏ ਸਿੱਖੋ, ਸੁਧ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਡੇ ਨਾਲ ਜੋ ਬੋਲਣਾ ਚਾਹੇ ਸਿੱਖੋ। ਅੱਗੋਂ ਲੜੀ ਗੁਰਿਆਈ ਦੀ ਬੰਦ ਹੋਈ ਤੇ ਗੁਰੂ ਦੇ ਧਾਰੀ ਨਾ ਕੋਈ ਆਏ ਸਿੱਖੋ। ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ ਤੇ ਮੈਂ ਦੇ ਕੇ ਤੁਹਾਨੂੰ ਤਾਂ ਚੱਲਿਆ। ਗੁਰੂ ਸਾਹਿਬਾਂ ਨੇ ਇਹ ਵੀ ਕਿਹਾ ਸੀ ਮੈਂ ਤੁਹਾਨੂੰ ਦੇ ਸੌਂਪ ਕੇ ਚੱਲਿਆ ਏ ਕਿ ਤੁਸੀਂ ਇਹਦੀ ਸੇਵਾ ਸੰਭਾਲ ਕਰ ਸਕੋਗੇ। ਤੁਸੀਂ ਇਸ ਦੀ ਸੇਵਾ ਸੰਭਾਲ ਕਰਿਓ ਤੇ ਇਹ ਗੁਰੂ ਤੁਹਾਡਾ ਰਾਖਾ ਹੋਏਗਾ। ਸਭ ਸਿੱਖਣ ਕੋ ਹੈ ਗੁਰੂ ਮਾਨਿਓ। ਇਸ ਵਾਸਤੇ ਇਹ ਸਾਨੂੰ ਪਾੜਨ ਵਾਸਤੇ, ਸਾਡੇ ਵਿੱਚ ਵੰਡੀਆਂ ਪਾਉਣ ਵਾਸਤੇ, ਅੱਗੇ ਉਹ ਜੇ ਪ੍ਰਚਾਰਕ ਜਿਹੜੇ ਨੇ ਬਹੁਤ ਚੰਗੇ ਪ੍ਰਚਾਰਕ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕਿ ਜਿਨ੍ਹਾਂ ਨੇ ਸਿਰਫ ਲੱਭਣੀ ਉਹ ਗੱਲ ਹੈ ਜਿਵੇਂ ਢੱਰੀਆਂ ਵਾਲੇ ਨੇ ਕਦੀ ਕਿਸੇ ਨੇ ਨਾਂ ਨਹੀਂ ਸੀ ਲਿਆ ਕਿ ਬਿਹੰਗਮ ਰਹਿੰਦੇ। ਬਿਹੰਗਮ ਦਾ ਅਰਥ ਇਹ ਥੋੜਾ ਵੀ ਕੱਪੜੇ ਲਾ ਕੇ ਬੰਦਾ ਤੁਰਿਆ ਫਿਰਦਾ। ਬਿਹੰਗਮ ਦਾ ਹੁੰਦਾ ਮਤਲਬ ਆਵਾਜ਼ ਹੋ ਕੇ ਰਹਿਣਾ, ਲਿਵ ਲੀਨ ਹੋ ਕੇ ਰਹਿਣਾ, ਕਿ ਉਹਨੂੰ ਕਿਸੇ ਚੰਗੇ ਜੀ ਕੰਪਾਈਲ ਛੇਤੀ ਕਰੋ ਜੀ, ਗੱਲ ਛੇਤੀ ਕਰੋ, ਸਮਾਂ ਬੜਾ ਜੀ। ਹਾਂਜੀ ਚਲੋ ਬੜਾ ਵਸਤਾ ਜੀ। ਇਸ ਕਰਕੇ ਇਹ ਗੱਲ ਹੈ ਕਿ ਇਹ ਜਿਹੜੇ ਵੀ ਗ੍ਰੰਥ ਨੇ ਨਾ, ਮੈਂ ਤਾਂ ਇਹ ਗੱਲ ਕੀਤੀ ਹੈ ਵੀ ਇਹ ਬਾਅਦ ਚ ਲਿਖੇ ਹੋਏ ਤੇ ਇਹ ਵਾਦ ਚ ਪਾਉਣ ਵਾਸਤੇ ਨੇ। ਹੋਰ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਮਿਹਰਬਾਨੀ ਜੀ। ਸੈਕੰਡ ਕਾਲ ਲੈਣੇ ਜੀ 92164 ਤੇ ਜੀ। ਹੈਲੋ ਹਾਂਜੀ ਬੋਲੋ ਜੀ। ਹਾਂਜੀ ਮੈਂ ਪੈਸਨਦੀਪ ਸਿੰਘ ਬੋਲ ਰਿਹਾ ਜੀ ਕਿਲਿਆਂਵਾਲੀ ਤੋਂ। ਕੌਣ ਸਾ ਬੋਲ ਰਹੇ ਜੀ? ਅਬੋਹਰ ਤੋਂ ਜੀ, ਕਿਲਿਆਂਵਾਲੀ ਤੋਂ ਭਾਈ ਰਣਜੀਤ ਸਿੰਘ ਜੀ ਹੁਕਮ ਜੀ। ਬੇਨਤੀ ਹੈ ਜੀ, ਦਸਮ ਗ੍ਰੰਥ ਬਾਰੇ ਬਹੁਤ ਚਿਰ ਇਹ ਚੱਲਦੀ ਆ ਜੀ ਆਪਣੇ ਮਤਭੇਦ। ਇਹ ਤਾਂ ਹੋ ਨਹੀਂ ਸਕਦਾ ਵੀ ਦਸਵੇਂ ਪਾਤਸ਼ਾਹ ਨੇ ਬਾਣੀ ਜਾਂ ਰਚਨਾ ਤੋਂ ਕਵੀਆਂ ਦੇ ਸਾਰਿਆਂ ਦੇ ਉਹ ਸਰਮੋਖ ਸੀਗੇ ਜੀ। ਰਚਨਾ ਤਾਂ ਉਹਨਾਂ ਦੀ ਹੈ, ਲੇਕਿਨ ਇਹਦੇ ਚ ਰਾਜਗੜ੍ਹ ਜ਼ਰੂਰ ਹੈ। ਇਹ ਸ਼ੰਕਾ ਹੈਗੀ ਬਹੁਤ ਭਾਰੀ। ਤੇ ਇਹ ਹੋ ਸਕਦਾ ਵੀ ਸਾਰੇ ਵਿਦਵਾਨ ਰਲ ਕੇ ਜਿਹੜੇ ਇੱਧਰ ਦੇ ਆਪਣੇ ਰਿਟਾਇਰ ਹੋਏ ਹੋਰ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਤੇ ਇਹਦੇ ਵਿੱਚੋਂ ਜਿਹੜਾ ਕੁਝ ਸਹੀ ਆ ਉਹ ਅਲੱਗ ਕੀਤਾ ਜਾਵੇ, ਜਿਹੜਾ ਗਲਤ ਆ ਉਹ ਅਲੱਗ ਕੀਤਾ ਜਾਵੇ ਤੇ ਉਹ ਮਾਨਤਾਯੋਗ ਸਮਝਿਆ ਜਾਵੇ। ਇਹਦੇ ਵਿੱਚ ਭਾਈ ਸਾਹਿਬ ਜਦੋਂ ਆਪਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਾਨੂੰ ਗੁਰੂ ਮੰਨਿਓ ਗ੍ਰੰਥ ਕਹੇ ਗਏ ਵੀ ਗ੍ਰੰਥ ਸਾਹਿਬ ਨੂੰ ਸਾਨੂੰ ਦੇ ਗਏ ਨੇ ਗੁਰੂ ਦੇ ਰੂਪ ਦੇ ਵਿੱਚ, ਸ਼ਬਦ ਗੁਰੂ ਦੇ ਰੂਪ ਦੇ ਵਿੱਚ, ਫਿਰ ਉਹਨਾਂ ਦੀ ਅਥਾਰਟੀ ਨੂੰ ਚੈਲੰਜ ਨਹੀਂ ਹੋਏਗਾ ਜੇ ਇਹਨੂੰ ਮਾਨਤਾ ਦਿੰਦੇ ਤਾਂ? ਨਹੀਂ ਉਹ ਲੱਗ ਜੁਗੋ ਟਾਲਾ ਜੀ, ਲੇਕਿਨ ਇਹਦੇ ਚ ਸਿੱਖਿਆਵਾਂ ਬਹੁਤ ਮਿਲਦੀਆਂ। ਉਹਦਾ ਜੀਵਨ ਦਾ ਵਿਚਿੱਤਰ ਨਾਟਕ ਹੈਗਾ। ਹੋਰ ਇਹਦੇ ਚ ਕਈ ਬਹੁਤ ਸਾਰੀਆਂ ਇਤਿਹਾਸ ਲੱਥੇ ਗ੍ਰੰਥ ਸਾਰੇ ਹੈਗੇ ਹਿੰਦੂਆਂ ਦੇ ਤੇ ਉਹ ਚ ਆਪਾਂ ਨੂੰ ਸੇਧ ਮਿਲਦੀ ਆ, ਗਿਆਨ ਮਿਲਦਾ ਹੈਗਾ ਤੇ ਲੇਕਿਨ ਉਹ ਸਿਰਫ ਇਸੇ ਵਾਸਤੇ ਸੀ ਵੀ ਸੰਗਤਾਂ ਨੂੰ ਗਿਆਨ ਕਰਾਉਣ ਵਾਸਤੇ। ਜੀ ਚਲੋ ਇਹ ਕਿਉਂਕਿ ਧਾਰਮਿਕ ਵਿਸ਼ਾ ਜੀ, ਅਸੀਂ ਦੋਹੇ ਹੀ ਅਣਜਾਣ ਹਾਂ ਇਸ ਗੱਲ ਤੋਂ, ਕਿਉਂਕਿ ਇਹ ਤਾਂ ਤੁਸੀਂ ਗੱਲ ਕਹਿ ਸਕਦੇ ਹੋ। ਧੰਨਵਾਦ ਜੀ, ਮਿਹਰਬਾਨੀ ਜੀ। ਹਾਂਜੀ ਸ਼ਿਵਿੰਦਰ ਜੀ। ਅੱਜ ਦੇਖੋ ਮੈਂ ਨਾ ਸਿੱਖ ਧਰਮ ਦੇ ਨੂੰ ਪੜ੍ਹਿਆ ਜ਼ਰੂਰ ਹੈ, ਬਹੁਤ ਚੰਗੀ ਤਰ੍ਹਾਂ ਪੜ੍ਹਿਆ। ਈਵਨ ਬਚਪਨ ਦੇ ਵਿੱਚ ਤਾਂ ਮੈਂ ਜਪਜੀ ਸਾਹਿਬ ਤੇ ਕੁਝ ਹੋਰ ਬਾਣੀਆਂ ਜਵਾਨੀ ਯਾਦ ਵੀ ਸੀਗੀਆਂ ਮੇਰੀਆਂ, ਹੁਣ ਵੀ ਹੋਣਗੀਆਂ ਕਿਉਂਕਿ ਉਹ ਲਗਾਤਾਰ ਤਾਂ ਨਹੀਂ ਨਾ ਰਹੀ। ਪਰ ਚੱਕਰ ਇਹ ਹੈਗਾ ਬਾਈ ਜੀ ਕਿ ਦੇਖੋ ਜਿੰਨੀ ਕਿ ਮੈਨੂੰ ਅਕਲ ਹੈਗੀ ਆ, ਗੁਰੂ ਸਾਹਿਬ ਨੇ ਨਾ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਆਦਿ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂਆਂ ਦੀ ਬਾਣੀ ਸੀਗੀ, ਪਹਿਲੇ 6 ਗੁਰੂਆਂ ਦੀ, ਤੇ ਨੌਵੇਂ ਗੁਰੂ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਹੀ ਐਡ ਕਰਵਾਈ ਸੀਗੀ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ। ਤੇ ਜੇ ਉਹ ਚਾਹੁੰਦੇ ਤਾਂ ਆਪਣੀ ਵੀ ਕਰਵਾ ਸਕਦੇ ਸੀਗੇ। ਉਹਨਾਂ ਨੂੰ ਕੁਛ ਲੱਗਿਆ ਹੋਊ ਕਿ ਮੇਰੀ ਜਿਹੜੀ ਬਾਣੀ ਹੈ ਉਹਦਾ ਸੁਭਾਅ ਕੁਛ ਹੋਰ ਤਰ੍ਹਾਂ ਦਾ ਹੈਗਾ, ਜਾਂ ਮਤਲਬ ਉਹ ਸ਼ਾਇਦ ਇੱਥੇ ਇਹਦੀ ਜਗ੍ਹਾ ਇਹ ਨਹੀਂ ਹੈਗੀ, ਮਤਲਬ ਕਿਉਂਕਿ ਗੁਰੂ ਸਾਹਿਬ ਆਪ ਵੀ ਬਹੁਤ ਵੱਡੇ ਵਿਦਵਾਨ ਸੀਗੇ, ਇਸ ਕਰਕੇ ਉਹਨਾਂ ਨੇ ਉਹਦੇ ਵਿੱਚ ਨਹੀਂ ਕਰਵਾਈ ਹੈਗੀ ਸ਼ਾਮਲ। ਤੇ ਬਾਕੀ ਦਸਮ ਗ੍ਰੰਥ ਵਿੱਚ ਨੂੰ ਲੈ ਕੇ ਨਾ 2-3 ਤਰ੍ਹਾਂ ਦੇ ਮਤਭੇਦ ਰਹੇ ਨੇ ਸਿੱਖਾਂ ਦੇ ਵਿੱਚ। ਉਹ ਹੁਣ ਸਿੱਖ ਆਗੂ, ਸਿੱਖ ਵਿਦਵਾਨ ਹੀ ਦੱਸ ਸਕਦੇ ਨੇ। ਇੱਕ ਤਾਂ ਇਹ ਕਹਿੰਦੇ ਨੇ ਵੀ ਇਹ ਸਾਰੀ ਬਾਣੀ
ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਇੱਕ ਉਹਨਾਂ ਦਾ ਕਹਿਣਾ ਕਿ ਬਿਲਕੁਲ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ, ਇਹਦੇ ਵਿੱਚ ਆਹੀ ਜਿਵੇਂ ਬਾਈ ਜੀ ਨੇ ਕਿਹਾ ਰਲਗੱਡ, ਭਾਈ ਸਾਹਿਬ ਨੇ ਕਿਹਾ ਜਿਵੇਂ ਰਲਗੱਡ ਦੇ ਵਿੱਚ। ਤੀਜਾ ਇੱਕ ਹੋਰ ਹੈਗਾ ਵੀ ਇਹਦੇ ਵਿੱਚ ਨਾ ਇੱਕ ਜਗ੍ਹਾ ਲਿਖਿਆ ਹੁੰਦਾ ਪਾਤਸ਼ਾਹੀ 10ਵੀਂ ਕਰਕੇ, ਜੇ ਮੈਂ ਗਲਤ ਨਾ ਹੋਵਾਂਗਾ, ਮੈਨੂੰ 10 ਸਾਲ ਹੋ ਗਏ ਪੜ੍ਹੇ ਨੂੰ ਇਹਨੂੰ 10ਵੇਂ ਗ੍ਰੰਥ ਨੂੰ। ਇੱਕ ਤਾਂ ਵੀ ਕੁਛ ਨਹੀਂ ਲਿਖਿਆ ਉਹਨੇ ਕਿ ਜਿੱਥੇ ਪਾਤਸ਼ਾਹੀ 10 ਲਿਖਿਆ ਹੋਇਆ ਉਹ ਤਾਂ ਹੈਗੀ ਗੁਰੂ ਜੀ ਦੀ ਬਾਣੀ, ਤੇ ਦੂਜੀ ਗੁਰੂ ਜੀ ਤੋਂ ਬਾਹਰੀ ਬਾਣੀ ਹੈਗੀ ਆ ਇਹ। ਤੇ ਇਸ ਤਰ੍ਹਾਂ ਦੇ ਵਿਵਾਦ ਚੱਲਦੇ ਹੈਗੇ ਨੇ, ਔਰ ਸਾਨੂੰ ਇਹਦੇ ਬਾਰੇ ਨਹੀਂ ਪਤਾ ਸੀ, ਤਾਂ ਮੈਂ ਪੜ੍ਹਿਆ, ਪਰ ਮੈਨੂੰ ਜਿੰਨਾ ਮੇਰੇ ਪੱਲੇ ਪਿਆ ਉਹਦੇ ਵਿੱਚ ਇਹੀ ਹੈ ਵੀ ਇੱਕ ਤਾਂ ਉਹਦੇ ਵਿੱਚ ਉਹ ਗੱਲਾਂ ਨੇ ਜਿਹੜੀਆਂ ਕਿ ਗੁਰੂ ਜੀ ਦੀ ਸ਼ਖਸੀਅਤ ਦੇ ਬਿਲਕੁਲ ਉਲਟ ਜਾਂਦੀਆਂ। ਉਹਦੇ ਵਿੱਚ ਦੇਵੀ ਦੇਵਤਿਆਂ ਦਾ ਜ਼ਿਕਰ ਹੋ ਗਿਆ, ਅੰਧ ਵਿਸ਼ਵਾਸਾਂ ਦਾ ਜ਼ਿਕਰ ਹੋ ਗਿਆ, ਫਿਰ ਉਹਦੇ ਵਿੱਚ ਬੇਦੀ ਸੋਢੀ ਜਾਤਾਂ ਦਾ ਇਤਿਹਾਸ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਨਾ ਜਿਹੜੇ ਗੁਰੂ ਸਾਹਿਬ ਦੀ ਸਿੱਖਿਆ ਉਹ ਸਾਨੂੰ ਜਾਤ ਨਾਲ ਤੋੜਦੀ ਹੈ, ਜਾਤ ਪਾਤ ਤੋਂ ਉੱਪਰ ਉੱਠਣ ਨੂੰ ਕਹਿੰਦੀ ਹੈ। ਇਹ 'ਚ ਬੇਦੀ ਸੋਢੀ ਜਾਤੀਆਂ ਦਾ ਇਤਿਹਾਸ ਬਹੁਤ ਉੱਚਾ ਗੌਰਵਮਈ ਕਰਕੇ ਦਿਖਾਇਆ ਗਿਆ ਹੈਗਾ, ਹਾਂਜੀ। ਤੇ ਇਸੇ ਤਰ੍ਹਾਂ ਫਿਰ ਉਹ ਤ੍ਰਿਆ ਚਰਿੱਤਰ ਵਾਲਾ ਜਿਹੜਾ ਪੂਰਾ ਪਾਰਟ ਆ ਜਾਂਦਾ, ਉਹ ਬਿਲਕੁਲ ਵੀ ਜਿਹੜੇ ਸਿੱਖ ਗੁਰੂ ਸਾਹਿਬਾਨ ਦੇ ਕਰੈਕਟਰ ਦੇ ਬਿਲਕੁਲ ਉਲਟ ਜਾਂਦਾ ਹੈਗਾ। ਇਸ ਕਰਕੇ ਇਹਦੇ ਤੇ ਡਾਊਟ ਹੋਣੇ ਸੁਭਾਵਿਕ ਹੈਗੇ ਨੇ। ਸੈਣੀ ਸਾਹਿਬ ਆਉਣੇ ਰੋ ਜੀ ਤੁਸੀਂ। ਸਤਿ ਸ਼੍ਰੀ ਅਕਾਲ ਜੀ ਸ਼ਿਵਿੰਦਰ ਜੀ ਤੇ ਧੰਨੇਵਾਲੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨ ਮੋਰਚੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਅੱਜ ਤੋਂ ਨਹੀਂ, ਸ਼ੁਰੂ ਤੋਂ ਹੀ ਹੋ ਰਹੀਆਂ। ਪਹਿਲੇ ਤਾਂ ਇਹਨਾਂ ਨੂੰ ਮਤਲਬ ਕਿ ਇੱਥੋਂ ਹੀ ਹਰਿਆਣੇ ਵਾਲੇ ਨੇ ਰੋਕ ਲਿਆ ਸੀਗਾ, ਬਾਰਡਰ ਤੋਂ ਜਾਣ ਨਹੀਂ ਸੀ ਦਿੰਦੇ ਹੈਗੇ। ਤੇ ਬਹੁਤ ਹੁਣ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਈ ਹੁੱਕ ਔਰ ਕਰੁੱਕ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਜਿਵੇਂ ਇਹਨੂੰ ਮੋਰਚੇ ਨੂੰ ਬਦਨਾਮ ਕੀਤਾ ਜਾਵੇ। ਤੇ ਸਾਰੇ ਏਜੰਟ ਉਹਨਾਂ ਦੇ ਹੀ ਹੈ ਜਿਹੜੇ ਕਾਰੇ ਕਰ ਰਹੇ। ਤੇ ਦੂਜਾ ਚਲੋ ਉਹ ਵੀ ਹੈ ਕਿ ਹਿਸਟਰੀ ਵੀ ਚੇਂਜ ਕੀਤੀ ਜਾ ਰਹੀ ਹੈ। ਦਿੱਲੀ ਦੇ ਕੋਰਸ ਚੋਂ ਇੱਕ ਕੋਈ ਸਿੱਖੀ ਬਾਰੇ ਸੀਗੀ ਜਿਹੜੀ ਉਹ ਉਹਨਾਂ ਨੇ ਹਟਾ ਦਿੱਤੀ ਹੈ ਉੱਥੋਂ ਸਿਲੇਬਸ ਚੋਂ ਜੀ। ਤੇ ਏਦਾਂ ਦੀਆਂ ਕੋਸ਼ਿਸ਼ਾਂ ਹੋਰ ਕਰਦੇ ਹੀ ਹੈ ਕਿ ਇਤਿਹਾਸ ਨੂੰ ਚੇਂਜ ਕਰ ਰਹੇ ਨੇ। ਧੰਨਵਾਦ ਜੀ ਤੁਹਾਡਾ ਬਹੁਤ। ਮਿਹਰਬਾਨੀ ਜੀ, ਮਿਹਰਬਾਨੀ। ਚਲੋ ਇਹ ਤਾਂ ਆਪਾਂ ਉੱਧਰ ਆ ਗਏ ਸੀ। ਮਸਲਾ ਇਹ ਹੈ ਜਿੱਥੇ ਆਪਾਂ ਸ਼ੁਰੂਆਤ ਲੈ ਕੇ ਗਏ ਸੀ ਕਿ ਪਿੰਕੀ ਦਾ ਬਿਆਨ ਹੋਰ ਹੈ, ਅਮਨ ਦਾ ਨਿਹੰਗ ਦਾ ਬਿਆਨ ਹੋਰ ਹੈ। ਹੁਣ ਗੱਲ ਕੀ ਹੈ ਕਿ ਇਹ ਦੋਹਾਂ ਦਾ ਰਿਸ਼ਤਾ ਕਿਵੇਂ ਬਣਿਆ, ਮਸਲਾ ਇਹ ਹੈ। ਤੇ ਰਿਸ਼ਤਾ ਬਣਿਆ ਉੱਥੇ ਜਾਂਦੇ ਨੇ, ਫਿਰ ਕੀ ਸਾਰਾ ਇਹ ਪ੍ਰਚੰਡ ਜਿਹੜਾ ਹੈ ਜੇ ਆਪਾਂ ਆਖੀਏ ਤਾਂ ਕਿੱਥੇ ਰਚਿਆ ਗਿਆ? ਬਿਲਕੁਲ ਦੇਖੋ, ਇਹ ਪਿੰਕੀ ਵੀ ਜਾਂਦਾ ਉੱਥੇ ਕੋਪਰ ਦੇ ਕੋਲ ਜਾਂਦਾ, ਹਾਲਾਂਕਿ ਉਹ ਬਹਾਨਾ ਮੈਡਲਾਂ ਦਾ ਬਣਾਉਂਦਾ ਵੀ ਮੇਰੇ ਮੈਡਲ ਮੋੜ ਦਿਓ। ਹੁਣ ਤਾਂ ਕੋਈ ਖੇਤੀਬਾੜੀ ਮੰਤਰੀ ਨਾਲ ਤਾਂ ਬਾਈ ਜੀ ਜੁੜਦੀ ਨਹੀਂ, ਉਹ ਦੋਹਾਂ ਨਾਲ ਹੀ ਨਹੀਂ ਜੁੜਦੀ। ਹਾਂ, ਉਹ ਮਹਿਕਮਾ ਅਲੱਗ ਹੈ, ਸਿੱਧੀ ਜੀ ਗੱਲ ਹੈਗੀ ਆ। ਫਿਰ ਇਹ ਜਿਹੜਾ ਇਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਹੈਗਾ ਅਮਨਾ ਵੀ ਮੈਨੂੰ ਜੀ ਤਾਂ ਬੁਲਾਇਆ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰ ਲਓ, ਡੀਲ। ਫਿਰ ਤੂੰ ਕਿੰਨਾ ਕੁ ਪੜ੍ਹਿਆ ਲਿਖਿਆ ਵੀ ਤੇਰੀ ਕਿੱਡੀ ਕੁ ਵੱਡੀ ਜਥੇਬੰਦੀ ਸੀ ਵੀ ਤੈਨੂੰ ਕਿੰਨਾ ਗਿਆਨ ਸੀ ਉਹ ਵੀ ਦੱਸ ਦੇ ਵੀ ਤੇਰੀ ਕੁਆਲੀਫਿਕੇਸ਼ਨ ਕੀ ਹੈ। ਮਸਲਾ ਇਹ ਹੈਗਾ ਕਿ ਅੱਜ ਮੇਰੇ ਇੱਕ ਸੀਨੀਅਰ ਜਰਨਲਿਸਟ ਨਾਲ ਗੱਲ ਹੁੰਦੀ, ਉਹ ਕਹਿੰਦੇ ਵੀ ਕਈ ਵਾਰ ਏਜੰਸੀਆਂ ਕੀ ਕਰਦੀਆਂ ਨੇ ਨਾ ਵੀ ਮੇਨ ਤਾਂ ਉਹ ਵਫਾਦਾਰ ਤਾਂ ਹੁੰਦੀਆਂ ਸਿੱਧਾ ਪ੍ਰਧਾਨ ਮੰਤਰੀ ਦੇ ਨਾਲ ਹੀ ਹੁੰਦੀਆਂ। ਬਿਲਕੁਲ ਜੀ, ਬਿਲਕੁਲ। ਵੋਟ ਪੈਣ ਦੇ ਉੱਤੇ ਉਹ ਆਪਣੇ ਮੰਤਰੀਆਂ ਦੀ ਨੂੰ ਵੀ ਸਿੱਟ ਦਿੰਦੀਆਂ ਨੇ ਵਿਵਾਦਾਂ ਦੇ ਵਿੱਚ। ਉਹ ਹੋਇਆ ਵੀ ਹੈ ਕਈ ਵਾਰ, ਜਿਵੇਂ ਗਡਕਰੀ ਨੂੰ ਸੱਟਿਆ ਵਾ ਏਦਾਂ ਹੈ ਵੀ ਮੋਦੀ ਤੇ ਨਾ ਆਵੇ ਜੀ, ਚਲੋ ਕੋਈ ਮੰਤਰੀ ਦੀ ਬਲੀ ਦੇ ਦਿਓ। ਇਸ ਕਰਕੇ ਇਹਨਾਂ ਨੇ ਮਤਲਬ ਜਿਹੜਾ ਹੈਗਾ ਵੀ ਇਹ ਫੋਟੋਆਂ ਜਿਹੜੀਆਂ ਆਈਆਂ ਤਾਂ ਉੱਥੋਂ ਹੀ ਰਿਲੀਜ਼ ਹੋਈਆਂ ਹੋਣਗੀਆਂ, ਗਵਰਨਮੈਂਟ ਦੇ ਅੰਦਰੋਂ ਹੀ ਹੋਈਆਂ। ਐਵੇਂ ਤਾਂ ਨਹੀਂ ਹੁੰਦੀਆਂ। ਇਹ ਤਾਂ ਆਪਾਂ ਵੀ ਪੱਤਰਕਾਰਤਾ ਕਰਦੇ ਹਾਂ, ਦਾਇਰਾ ਤਾਂ ਆਪਣੇ ਕੋਲੇ ਵੀ ਕਈ ਚੀਜ਼ਾਂ। ਦੇਖੋ ਹੁਣ ਮੇਰੇ ਕੋਲੇ ਜਦੋਂ ਡੇਰਾ ਸਾਧ ਵਾਲੇ ਦੀ ਚੀਜ਼ ਪਹੁੰਚੀਆਂ 2-3 ਮੈਨੂੰ ਕੀਤਾ, ਮੈਨੂੰ ਵੀ ਤਾਂ ਇੱਧਰੋਂ ਉੱਧਰੋਂ ਨਾ ਦੇਖ ਲਿਆ ਕਿ ਇਹ ਲਾ ਸਕਦਾ। ਆਇਆ ਵਾਇਆ ਮੀਡੀਆ ਦਾ ਕਿਤੋਂ ਨਾ ਕਿਤੋਂ ਚੱਲ ਕੇ ਆਉਂਦੀਆਂ ਹੁਣ, ਜਾਂ ਉਹ ਰਾਹ ਪਾਉਂਦੇ ਨੇ। ਇਹ ਤਾਂ ਹੈ ਨਹੀਂ ਵੀ ਆਪਾਂ ਨੂੰ ਅੰਦਰੋਂ ਹੀ ਕੋਈ ਇਹੋ ਜਿਹੀ ਦੀਪ ਅੰਦਰੋਂ ਜਗ ਪਈ, ਮੋਮਬੱਤੀ ਜਗ ਪਈ ਵੀ ਜਿਹਦੇ ਨਾਲ ਸਾਨੂੰ ਇਨਲਾਈਟਨਮੈਂਟ ਹੋ ਗਈ। ਪਤਾ ਲੱਗ ਜਾਂਦਾ ਬਸ। ਉਹਦੇ ਵਿੱਚ ਇੰਨਾ ਹੁੰਦਾ ਵੀ ਕਈ ਵਾਰ ਤਾਂ ਇੱਕਦਮ ਵੱਡੇ ਮੀਡੀਆ ਨੂੰ ਆ ਜਾਂਦੀਆਂ ਨੇ ਜਿਹੜੀਆਂ ਏਜੰਸੀਆਂ ਥਰੂ ਏਦਾਂ ਦੀਆਂ ਹੁੰਦੀਆਂ ਨਾ ਖਬਰਾਂ, ਤੇ ਆਮ ਤੌਰ ਤੇ ਕੋਸ਼ਿਸ਼ ਕਰਦੇ ਨੇ ਵੀ ਵੱਡੇ ਦਿਨਾਂ ਤੋਂ ਥੋੜੇ ਜਿਹੇ ਛੋਟੇ ਅਖਬਾਰ ਨੂੰ ਦੇ ਦਿੱਤੀ ਜਾਵੇ। ਜਿਵੇਂ ਮੰਨ ਲਓ ਕਿ ਉਹ HT ਦੇ ਦਾ ਟ੍ਰਿਬਿਊਨ 'ਚ ਨਹੀਂ ਆਊਗੀ, ਉਹ ਮਤਲਬ ਸਟੇਟਸਮੈਨ ਨੂੰ ਦੇ ਦੇਣਗੇ। ਹੈ ਤੇ ਮੈਂ ਰੀਜ਼ਨ ਦੀ ਗੱਲ ਕਰਾਂ, ਇੱਥੇ ਹੁਣ ਜਿਹੜਾ ਟ੍ਰਿਬਿਊਨ ਆ ਉਹ ਪੰਜਾਬ ਰੀਜਨ ਨਾਲ ਬਹੁਤਾ ਜੁੜਿਆ ਹੋਇਆ ਹੈਗਾ। ਦਾ ਟ੍ਰਿਬਿਊਨ ਅਦਾਰਾ, ਉੱਥੇ ਉਹ ਦਾ ਟ੍ਰਿਬਿਊਨ ਨੂੰ ਆ ਗਈ ਖਬਰ, ਕਿਉਂਕਿ ਲੋੜ ਵੀ ਸੀਗੀ। ਉਹ ਹੁਣ ਕੀ ਉਹਨਾਂ ਦੇ ਹਿੱਤ ਨੇ ਉਹ ਸਾਨੂੰ ਨਹੀਂ ਪਤਾ, ਉਹ ਇੱਕ ਵੱਖਰਾ ਵਿਸ਼ਾ ਹੈਗਾ। ਪਰ ਮਸਲਾ ਕੀ ਹੈ ਕਿ ਦਾਲ ਵਿੱਚ ਕੁਝ ਕਾਲਾ ਹੈਗਾ। ਉਹਦੇ ਵਿੱਚ ਮੋਰਚੇ ਦੇ ਵਿੱਚ ਉਹ ਤਾਕਤਾਂ ਐਕਟਿਵ ਨੇ ਜਿਹਨੂੰ ਸਰਕਾਰੀ ਸਰਪ੍ਰਸਤੀ ਮਿਲੀ ਹੋਈ ਹੈ, ਜਿਹੜੀਆਂ ਮੋਰਚੇ ਨੂੰ ਖੰਡਾਉਣਾ ਚਾਹੁੰਦੀਆਂ ਨੇ। ਮੋਰਚੇ ਦਾ ਜਿਹੜਾ ਆਪਣਾ ਪ੍ਰਵਚਨ ਆ ਉਹਦੇ ਤੋਂ ਲਾਉਣਾ ਚਾਹੁੰਦੀਆਂ ਨੇ। ਪ੍ਰਵਚਨ ਕੀ ਆ ਵੀ ਅਸੀਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਉਰੇ ਖੜੇ ਆ, ਡਟੇ ਹੋਏ ਆ। ਅਸੀਂ ਜਿਹੜਾ ਹੈਗਾ ਸਾਡਾ ਇਹ ਮੋਰਚਾ ਬਿਨਾਂ ਕਿਸੇ ਧਰਮ ਜਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ, ਉਹ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ ਨਾ ਹੁੰਦਾਗਾ। ਹਾਂ,
ਉਹ ਇਸ ਲਈ ਬਾਰ-ਬਾਰ ਕਦੇ ਖਾਲਿਸਤਾਨ ਦਾ ਨਾਂ ਲੈਂਦੇ ਹੈਗੇ ਨੇ, ਕਦੇ ਕੁਛ ਕਹਿੰਦੇ ਨੇ, ਕਦੇ ਕੁਛ ਕਹਿੰਦੇ ਨੇ, ਤੇ ਆਹੀ ਜਿਹੜੇ ਇੱਥੇ ਬੈਠੇ ਮੂੰਹ ਹਿਲਾ ਦਿੰਦੇ ਨੇ ਕਿ ਹਾਂਜੀ ਅਸੀਂ ਤਾਂ ਜੀ ਖਾਲਿਸਤਾਨ ਲਈ ਲੜ ਰਹੇ ਹਾਂ, ਅਸੀਂ ਤਾਂ ਜੀ ਸਿੱਖੀ ਦੇ ਬੋਲ ਵਾਲੇ ਲਈ ਉਰੇ ਬੈਠੇ ਹੈਗੇ ਆ। ਇਹ ਫਿਰ ਗੋਦੀ ਮੀਡੀਆ ਇਸ ਨੂੰ ਚੱਕ ਕੇ ਪ੍ਰਚਾਰ ਕਰਦਾ, ਏਦਾਂ ਇੱਕ ਦੂਜੇ ਦੇ ਪੂਰਕ ਹੋ ਜਾਂਦੇ ਨੇ। ਤੇ ਬਾਕੀ ਜਥੇਬੰਦੀਆਂ ਦੇ ਉੱਤੇ ਲੈ ਕੇ ਚੱਲੀਏ, ਬੁੱਢਾ ਦਲ ਹੈ, ਤਰਨਾ ਦਲ ਹੈ, ਹੋਰ ਪ੍ਰਮਾਣਿਤ ਜਥੇਬੰਦੀਆਂ ਨੇ, ਉਹਨਾਂ ਦਾ ਰੋਲ ਕੀ ਰਿਹਾ ਹੈ ਇਹ ਪਿਛਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ? ਦੇਖੋ ਆਪਣਾ ਦਾਨੇ ਵਾਲੀ ਸਾਹਿਬ ਉਹਦੇ ਵਿੱਚ ਨਾ ਜਿਵੇਂ ਹੁਣ ਇੱਥੇ ਐਂ ਕਈ ਵਾਰ ਨਾ ਸਭ ਐਂ ਸਪਸ਼ਟ ਨਹੀਂ ਆਉਂਦਾ, ਜਿਵੇਂ ਮੇਰੇ ਵਰਗੇ ਪੱਤਰਕਾਰ ਲਈ ਤਾਂ ਉਹ ਕਿੱਦਾਂ ਕਿ ਜਿਵੇਂ ਹੁਣ ਸਿੰਘੂ ਦੇ ਉੱਤੇ 26 ਤਰੀਕ ਨੂੰ ਹੋਇਆ ਸੀਗਾ, ਇਹਨਾਂ ਨੇ ਕਬਜ਼ਾ ਕੀਤਾ ਸੀਗਾ ਦੀਪ ਸਿੱਧੂ ਐਂਡ ਕੰਪਨੀ ਨੇ, ਉਹਦੇ ਵਿੱਚ ਵੀ ਬਹੁਤੇ ਨਿਹੰਗ ਸੀਗੇ। ਹੁਣ ਕਿਹੜੇ ਜਥੇਬੰਦੀ ਨਾਲ ਆਏ ਤਾਂ ਸ਼ਨਾਖਤ ਕਰਨੀ ਮੁਸ਼ਕਿਲ ਹੈ, ਜਦ ਅੱਗੇ ਹੋ ਕੇ ਆਪਣਾ ਬਿਆਨ ਦਿੰਦੇ ਹੈ ਨਾ, ਦੇਖੋ ਜੀ ਅਸੀਂ ਤਾਂ ਮੋਰਚੇ ਨਾਲ ਖੜੇ ਹਾਂ, ਅਸੀਂ ਇਹਨਾਂ ਨਾਲ ਨਹੀਂ ਖੜੇ ਹੈਗੇ। ਇਹ ਫਿਰ ਆਪ ਹੀ ਵੀ ਕਈ ਚਾਮਲ ਕੇ ਕਰਨ ਲੱਗ ਜਾਂਦੇ ਜੀ ਅਸੀਂ ਵੀ ਆਈ ਖੜੇ ਹਾਂ ਜੀ, ਆਈ ਹੁੰਦਾ ਕਿਸਾਨ ਲੀਡਰ ਤਾਂ ਆਏ ਨਹੀਂ ਕਰਦੇ। ਮੈਨੂੰ ਇੰਨਾ ਸਿਰਫ ਇੱਕ ਅਬਜ਼ਰਵ ਕੀਤਾ ਮੈਂ, ਜਿਹੜਾ ਟਿਕਰੀ ਵਾਲੇ ਪਾਸੇ ਵੀ ਹੈਗੇ ਨੇ ਨਿਹੰਗ ਬੈਠੇ ਕੁਝ, ਤੇ ਉਹ ਤਾਂ ਉਹਨਾਂ ਵੱਲੋਂ ਤਾਂ ਕਦੇ ਮੈਂ ਕੋਈ ਹਰਕਤ ਨਹੀਂ ਦੇਖੀ ਹੈਗੀ ਹੁੰਦੀ। ਵੈਸੇ ਸਹੀ ਮਾਇਨੇ ਦੇ ਵਿੱਚ ਤਾਂ ਜਿਹੜੀ ਅਸਲ ਅੰਦੋਲਨ ਚੱਲ ਰਿਹਾ ਉਹ ਤਾਂ ਕਿਸੇ ਨੂੰ ਪਤਾ ਨਹੀਂ, ਤਾਂ ਟਿਕਰੀ ਤੋਂ ਚੱਲ ਰਿਹਾ। ਉਧਰ ਨਿਹੰਗ ਵੀ ਮੈਂ ਦੇਖਿਆ ਨਾ, ਜਿੰਨਾ ਕੁ ਮੈਂ ਉੱਥੇ ਗਿਆ, ਉਹ ਪੁੱਛਿਆ ਵੀ ਲੋਕਾਂ ਤੋਂ, ਕਹਿੰਦੇ ਨਹੀਂ ਇਹ ਕੋਈ ਏਦਾਂ ਦਾ ਖਰੂਦ ਨਹੀਂ ਪਾਉਂਦੇ ਹੈਗੇ, ਇਹ ਮਤਲਬ ਸਗੋਂ ਮੋਰਚੇ ਦੀਆਂ ਕਈ ਗੱਲਾਂ ਨੂੰ ਲਾਗੂ ਕਰਨ ਦੀ ਵੀ ਕੋਸ਼ਿਸ਼ ਕਰਦੇ ਹੈਗੇ ਨੇ। ਤੇ ਇੱਥੇ ਜਿਹੜੇ ਸਿੰਘੂ ਵਾਲੇ ਪਾਸੇ ਬੈਠੇ ਹੈਗੇ ਨੇ, ਇਹ ਸ਼ੁਰੂ ਤੋਂ ਹੀ ਮਤਲਬ ਕੱਬਾ ਬੋਲਣਾ, ਗਲਤ ਬੋਲਣਾ, ਏਦਾਂ ਦੀਆਂ ਹਰਕਤਾਂ ਕਰਨਾ, ਜਾਂ ਮੋਰਚੇ ਦੇ ਲੀਡਰਾਂ ਨੂੰ ਗਾਲਾਂ ਕੱਢਣਾ, ਜੇ ਇਹਨਾਂ ਨੂੰ ਸਟੇਜ ਤੇ ਵੀ ਨਹੀਂ ਬੋਲਣ ਦਿੱਤਾ, ਉੱਥੇ ਵੀ ਆ ਕੇ ਗਾਲਾਂ ਮੰਦਾ ਚੰਗਾ ਬੋਲੇ ਨੇ, ਮੰਦਾ ਚੰਗਾ ਬੋਲਿਆ, ਇਹਨਾਂ ਦਾ ਕਰੈਕਟਰ ਰਿਹਾ ਹੈਗਾ ਜੀ। ਸੋ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੀ, 92 164 10 666 ਤੇ 98 149 10 666 ਤੇ। ਫਿਰ ਮੇਰੀ ਗੁਜ਼ਾਰਿਸ਼ ਹੈ ਜੀ, ਕੋਈ ਵੀ ਗੈਸਟ ਮੇਰੇ ਨਾਲ ਫੋਨ ਲਾਈਨ 'ਤੇ ਜੁੜਿਆ ਹੁੰਦਾ, ਮੈਂ WhatsApp ਕਾਲ ਜਿਹੜੀ ਹੈ ਜੀ ਉਹ ਨਹੀਂ ਲੈ ਸਕਦਾ ਹੁੰਦਾ, ਕਿਉਂਕਿ ਮੇਰੇ ਕੋਲ ਸਿਰਫ 2 ਲਾਈਨਾਂ ਹੀ ਜਿਹੜੀਆਂ ਨੇ ਉਹ ਖੁੱਲ੍ਹੀਆਂ ਰਹਿੰਦੀਆਂ ਨੇ। ਤੇ ਹੁਣ ਆਪਾਂ ਜਿਵੇਂ ਤੁਸੀਂ ਅੱਗੇ ਚੱਲੀਏ ਤਾਂ ਰਾਜਾ ਵੜਿੰਗ ਦਾ ਟਰਾਂਸਪੋਰਟਰਾਂ 'ਤੇ ਜਿਹੜਾ ਹਮਲਾ, ਅੱਜ ਮੈਂ ਵੇਖ ਰਿਹਾ ਸੀਗਾ ਕਿ ਜਿਹੜਾ ਦੀਪ ਬੱਸ ਸਰਵਿਸ ਵਾਲੇ ਉਹ ਕਹਿੰਦੇ ਜੀ ਸਾਡਾ ਕੋਈ 2.5-3 ਕਰੋੜ ਰੁਪਈਏ ਦਾ 2 ਕਿਸ਼ਤਾਂ ਅੱਡੋ ਅੱਡ ਉਹਨਾਂ ਨੇ ਕਿਹਾ, ਜੋ ਮੈਂ ਉਹਨਾਂ ਦੀ ਪਟੀਸ਼ਨ ਉਹਨਾਂ ਨੇ ਪਾਈ ਹੈ, ਅਸੀਂ ਦੇਣਾ ਤੇ ਅਸੀਂ ਦੇ ਦਿਆਂਗੇ, ਤੇ ਸਾਡੀਆਂ ਬੱਸਾਂ ਫੜ ਕੇ ਅੰਦਰ ਦਿੱਤੀਆਂ ਜਾ ਰਹੀਆਂ, ਸਾਨੂੰ ਟਾਰਗੇਟ ਕੀਤਾ ਜਾਂਦਾ। ਰਾਜਾ ਵੜਿੰਗ ਨੇ ਪਹਿਲਾਂ 40 ਲੱਖ 50 ਲੱਖ, ਹੁਣ ਕਿਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਹਿ ਰਿਹਾ ਕਿ ਸਰਕਾਰੀ ਬੱਸਾਂ ਨੂੰ ਇਹ ਮੁਨਾਫਾ ਜਿਹੜਾ ਉਹਦਾ ਹੋ ਰਿਹਾ, ਵੱਧ ਰਿਹਾ ਉਹਦਾ। ਉਹਨੇ ਦਿੱਤਾ ਵੀ 1 ਮਹੀਨੇ 'ਚ ਪਤਾ ਨਹੀਂ 1 ਕਰੋੜ ਕੁਛ ਕਰੋੜ ਉਹਨਾਂ ਦਾ ਹੋਇਆ, ਕਹਿ ਰਹੇ ਨੇ, ਅੰਕੜਾ ਦੇ ਰਹੇ ਨੇ ਵੀ ਇਹਨਾਂ ਸਾਨੂੰ ਫਾਇਦਾ ਹੋਇਆ ਹੈਗਾ। ਦੇਖੋ ਇੱਕ ਚੀਜ਼ ਤਾਂ ਪੰਜਾਬ 'ਚ ਹੈਗੀ ਹੈ, ਜੇ ਆਪਾਂ ਗਵਾਂਢੀ ਸੂਬੇ ਨਾਲ ਤੁਲਨਾ ਕਰਨੀ ਹੋਵੇ ਹਰਿਆਣੇ ਨਾਲ, ਉੱਥੇ ਜਿਹੜੀ ਪਬਲਿਕ ਬੱਸ ਹੈਗੀ ਆ, ਸਰਕਾਰੀ ਬੱਸਾਂ ਨੇ, ਉਹਨਾਂ ਦਾ ਮਹਿਕਮਾ ਹੈਗਾ, ਉਹ ਬਹੁਤ ਮਜ਼ਬੂਤ ਹੈ, ਤਕੜਾ, ਯੂਨੀਅਨ ਵੀ ਰਾਜਸਥਾਨ 'ਚ ਵੀ ਹੈਗਾ ਜੀ, ਰਾਜਸਥਾਨ 'ਚ ਵੀ ਸਰਕਾਰੀ ਬੱਸਾਂ ਨੇ, ਰਾਜਸਥਾਨ 'ਚ ਵੀ ਹੈ, ਸਗੋਂ ਹਿਮਾਚਲ ਦੇ ਵਿੱਚ ਵੀ ਹੈਗਾ। ਇਹ ਆਪਣੇ ਨਾਲ ਦੇ ਸਾਰੇ ਗਵਾਂਢੀ ਸੂਬੇ ਹੈਗੇ ਨੇ ਜਿਨ੍ਹਾਂ ਦੀ ਪੋਜੀਸ਼ਨ ਆਪਾਂ ਤੋਂ ਵਧੀਆ ਹੈਗੀ ਹੈ ਪਬਲਿਕ ਅਦਾਰਿਆਂ ਦੀ। ਸਾਡੇ ਉਰੇ ਕੀ ਹੈ ਕਿ ਪਹਿਲਾਂ ਤਾਂ ਕਈ ਸਾਲਾਂ ਤੋਂ ਹੀ ਮਤਲਬ ਇਹ ਰੋਡਵੇਜ਼ ਦਾ ਵੈਸੇ ਤਾਂ ਵੇਖੀਏ, ਹੁਣ ਗਾਣਾ ਤਾਂ ਕੀ ਕਹਿੰਦੇ ਆ, ਲਾਲ ਚੰਦ ਯਮਲਾ ਜੱਟ ਨਹੀਂ ਲਿਖਤਾ ਸੀ, ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ, ਵੀ ਲੁੱਟ ਤਾਂ ਇਹਦੀ ਉਦੋਂ ਤੋਂ ਹੀ ਸ਼ੁਰੂ ਹੋਈ ਵੀ ਹੈ। ਅਸੀਂ ਆਪਣੇ ਬਚਪਨ 'ਚ ਦੇਖਿਆ ਹੈ, ਉਦਾਂ ਹੀ ਉਹ ਜਿਹੜਾ ਇਹ ਬੱਸਾਂ ਪਾੜ, ਲੀੜੇ ਪਾੜ, ਬਿਲਕੁਲ ਇਹੀ ਹਾਲ ਰਿਹਾ ਵਿਚਾਰੀਆਂ ਦਾ, ਕਦੇ ਸੁਧਰਿਆ ਨਹੀਂ ਹੈਗਾ। ਪਰ ਲੇਕਿਨ ਜਦੋਂ 2007 ਤੋਂ ਲੈ ਕੇ ਜਿਹੜਾ 17 ਤੱਕ ਦਾ ਟਾਈਮ ਸੀ ਨਾ, ਉਹ 'ਚ ਬਹੁਤ ਹੀ ਜ਼ਿਆਦਾ ਪ੍ਰਾਈਵੇਟ ਬੱਸਾਂ ਦੀ ਇਜਾਰੇਦਾਰੀ ਵਧੀ ਹੈ। ਅਸੀਂ ਜਦੋਂ ਆਪਣੇ ਬਾਦਲਕਿਆਂ ਦੀਆਂ ਬੱਸਾਂ ਇੱਕ ਖਾਸ ਏਰੀਏ ਤੋਂ ਗਾਹਾਂ ਨਹੀਂ ਪਹਿਲਾਂ ਦੇਖਦੇ ਹੁੰਦੇ ਸੀ ਕਦੇ, ਉਹਨਾਂ ਦੀ ਇਜਾਰੇਦਾਰੀ ਵੱਧਦੀ ਪੰਜਾਬ ਤੋਂ ਗਾਹਾਂ ਵੀ ਨਾ ਜੀ, ਹੁਣ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਲੰਘ ਗਏ। ਜਿਵੇਂ ਫਾਸਟਵੇ ਹੈ, ਹਿਮਾਚਲ ਵੀ ਪਹੁੰਚ ਗਈ, ਦਿੱਲੀ ਵੀ ਪਹੁੰਚ ਗਈ, ਹਰਿਆਣਾ ਵੀ ਕਵਰ ਕਰ ਲਿਆ, ਹਾਂਜੀ, ਉੱਧਰ ਗੰਗਾਨਗਰ ਨੂੰ ਵੀ ਪੈ ਗਏ। ਹੁਣ ਇਹਨਾਂ ਦੀਆਂ ਬੱਸਾਂ ਦੇਖੋ, ਪਤਾ ਨਹੀਂ ਕਿੱਥੇ ਕਿੱਥੇ ਜੰਮੂ ਕਸ਼ਮੀਰ ਤੋਂ ਚੱਲਦੀਆਂ ਨੇ ਬੱਸਾਂ। ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਸਰਕਾਰ ਆ, ਉੱਥੇ ਕੀ ਕਹਿੰਦੇ ਸਰਕਾਰੀ ਬੱਸ ਏਅਰਪੋਰਟ ਤੇ ਵੜ ਨਹੀਂ ਸਕਦੀ, ਤੇ ਇਹਨਾਂ ਦੀਆਂ ਸਮਝ ਲਓ ਵੀ ਇਹ ਵੜਦੀਆਂ ਨੇ। ਸੋ ਇਸ ਕਰਕੇ ਨਾ ਇਹ ਸਾਰੇ ਮਾਹੌਲ ਨੇ ਜਿਹੜਾ ਕਿ ਸਰਕਾਰ ਦੀ ਨੰਗੀ ਚਿੱਟੀ ਮਿਲੀ ਭੁਗਤ ਨਾਲ ਆ, ਕਿਉਂਕਿ ਟ੍ਰਿਬਿਊਨ ਅਦਾਰੇ ਨੇ ਤਾਂ 2014 ਦੇ ਵਿੱਚ ਸਟੋਰੀ ਵੀ ਛਾਪੀ ਸੀ, ਬਹੁਤ ਲੰਮੀ। ਨਹੀਂ, ਉਹ ਮੇਰੀ ਪਈ ਹੈ ਜੀ, ਮੇਰੀ 2014 ਦੀ ਮੇਰੀ ਵੀ ਪਈ ਹੈ YouTube ਦੇ ਉੱਤੇ, ਤੁਹਾਡੀ ਸ਼ਾਇਦ ਉੱਤੇ ਤੇ ਡੇ ਨਾਈਟ ਤੇ ਸੀ ਮੇਰੇ ਖਿਆਲ, ਜੇ ਮੈਂ ਗਲਤ ਨਾ ਹੋਵਾਂ ਤਾਂ। ਤੇ ਇਹ ਇਸ ਤਰ੍ਹਾਂ ਮਤਲਬ ਇਹ ਤਾਂ ਲਗਾਤਾਰ ਲੜੀਵਾਰ ਸਿਲਸਿਲੇ ਚੱਲਦੇ ਰਹੇ ਨੇ, ਜਿਹਦੇ ਬਾਰੇ ਲੋਕਾਂ ਨੂੰ ਬਹੁਤਾ ਪਤਾ ਹੈਗਾ। ਜੇ ਯਾਦਦਾਸ਼ਤ ਨਹੀਂ ਤਾਂ ਦੁਬਾਰੇ ਉਹ ਦੋਵੇਂ ਸਟੋਰੀਆਂ ਨੂੰ ਤੁਹਾਡੇ ਵਾਲੀ ਤੇ ਟ੍ਰਿਬਿਊਨ ਵਾਲੀ ਨੂੰ ਦੇਖ ਸਕਦੇ ਹੈਗੇ ਨੇ। ਹੁਣ ਮਸਲਾ ਇਹ ਹੈਗਾ ਕਿ ਰਾਜਾ ਵੜਿੰਗ ਠੀਕ ਹੈ ਕਿ ਕਹਿ ਰਹੇ ਨੇ ਮੈਂ
ਕਾਰਵਾਈ ਕਰ ਰਹੇ ਹਾਂ, ਪਰ ਮਸਲਾ ਹੈ ਕਿ ਕੀ ਤੁਸੀਂ ਹੁਣ ਜਿਹੜੇ ਕਾਂਗਰਸੀ ਟਰਾਂਸਪੋਰਟਰ ਹੈਗੇ ਨੇ ਉਹਨਾਂ ਨੂੰ ਹੱਥ ਪਾਓਗੇ? ਉਹਨਾਂ ਨੂੰ ਹੱਥ ਪਾਓਗੇ, ਸਭ ਤੋਂ ਵੱਡਾ ਸਵਾਲ ਹੈ। ਜੇਕਰ ਥੋੜੇ ਜਿਹੀ ਇੰਨੀ ਜ਼ਰੂਰਤ ਹੈਗੀ ਆ ਵੀ ਕਾਂਗਰਸ ਵਾਲੇ ਵੀ ਬਦਨਾਮ ਬਥੇਰੇ ਹੈਗੇ ਨੇ, ਡਿੱਪੇ ਡੁੰਪੇ ਵਰਗੇ। ਨਾ ਤਾਂ ਕੀ ਕਹਿੰਦੇ ਕਰਤਾਰ ਬੱਸ ਦਾ ਪਤਾ ਹੀ ਆਪਾਂ ਨੂੰ ਸ਼ੁਰੂ ਤੋਂ, ਕਰਤਾਰ ਬੱਸ ਦਾ ਪਤਾ ਹੀ ਹੈ। ਸੋ ਇਸ ਕਰਕੇ ਤੁਸੀਂ ਉੱਥੇ ਹੱਥ ਪਾਓਗੇ ਤਾਂ ਤੁਹਾਡੀ ਇਮਾਨਦਾਰੀ ਮੰਨੀ ਜਾਊਗੀ, ਤਾਂ ਅਸੀਂ ਮੰਨਾਂਗੇ ਹਾਂ ਭਾਈ ਤੁਹਾਡੀ ਜਿਹੜੀ ਹੈਗੀ ਹੈ ਸ਼ਿੱਦਤ ਆ, ਤੁਸੀਂ ਸ਼ਿੱਦਤ ਨਾਲ ਜਿਹੜਾ ਸੱਚੀ ਮੁੱਚੀ ਲੱਗੇ ਹੋਏ ਹੋ ਵੀ ਇੱਥੇ ਦੇ ਇਦਾਰੇ ਜਿਹੜੇ ਨੇ ਸਰਕਾਰੀ ਉਹਨੂੰ ਤਕੜਾ ਕੀਤਾ ਜਾਵੇ। ਇੱਥੇ ਬਹੁਤ ਸਾਰੇ ਪੈਪਸੂ ਦੇ ਵਿੱਚ ਇਹੋ ਜਿਹੇ ਡਰਾਈਵਰ ਕੰਡਕਟਰ ਨੇ ਜਿਹੜੇ ਕਿ ਰਿਟਾਇਰ ਹੋ ਚੁੱਕੇ ਨੇ, ਪਰ ਕੁਝ ਕਾਨੂੰਨੀ ਦਾਅ ਪੇਚ ਕਰਕੇ ਉਹਨਾਂ ਦੀਆਂ ਪੈਨਸ਼ਨਾਂ ਰੁਕੀਆਂ ਹੋਈਆਂ ਨੇ, ਉਹਨਾਂ ਦੇ ਇਕੱਠੇ ਫੰਡ ਰੁਕੇ ਹੋਏ ਨੇ। ਉਹ ਰੁਕੇ ਹੋਏ ਨੇ ਘੱਟੋ ਘੱਟ 2010 ਤੋਂ ਲੈ ਕੇ ਹੁਣ ਤੱਕ। ਹੁਣ ਕਿੰਨਾ ਟਾਈਮ ਹੋ ਗਿਆ? 11 ਸਾਲ ਹੋ ਗਏ। ਹਾਂਜੀ, 11 ਸਾਲਾਂ ਦੇ ਰੁਕੇ ਹੋਏ ਨੇ। ਉਹ ਵਿਚਾਰਿਆਂ ਦਾ ਜਿਹੜਾ ਹੈਗਾ ਕੇਸ ਵੀ ਕੀਤੇ ਹੋਏ ਹੈਗੇ ਨੇ, ਲੇਕਿਨ ਸਰਕਾਰ ਦੀ ਆਪਣੀਆਂ ਨਲਾਇਕੀਆਂ ਕਰਕੇ ਸਰਕਾਰ ਨਹੀਂ ਚਾਹੁੰਦੀ ਹੈਗੀ ਕਿ ਉਹਨਾਂ ਨੂੰ ਉਹ ਮਿਲੇ। ਇਹ ਚੀਜ਼ਾਂ ਦੇ ਉੱਤੇ ਜੇਕਰ ਉਹਨਾਂ ਨੂੰ ਵੀ ਇਨਸਾਫ ਮਿਲੇ, ਤੇ ਦੂਜੇ ਪਾਸੇ ਜਿਹੜਾ ਹੈਗਾ ਫਿਰ ਤੁਹਾਡੀ ਸ਼ਿੱਦਤ ਨੂੰ ਵੀ ਅਸੀਂ ਮੰਨੀਏ ਕਿ ਤੁਸੀਂ ਸੱਚੀ ਮੁੱਚੀ ਪਬਲਿਕ ਖੇਤਰ ਦੀਆਂ ਬੱਸਾਂ ਦੇ ਬਾਰੇ, ਪਬਲਿਕ ਟਰਾਂਸਪੋਰਟ ਦੇ ਬਾਰੇ ਤੇ ਉਸ ਖੇਤਰ 'ਚ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਉਹਨਾਂ ਦੇ ਬਾਰੇ ਸਹੀ ਸੋਚ ਰੱਖਦੇ ਜੀ। ਕਾਲ ਲੈ ਲਈਏ ਜੀ 9298 ਤੇ ਆਉਣੇ ਰੋ ਜੀ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦਾਨੇਵਾਲੇ ਸਾਹਿਬ, ਗੁਰਦਰਸ਼ਨ ਬੋਲਦਾ ਹਾਂ ਜੀ। ਜੀ ਜੀ ਗਰੇਵਾਲ ਸਾਹਿਬ। ਹਾਂ ਯਾਰ, ਬਹੁਤ ਵਧੀਆ ਗੱਲ ਹੈ ਜੀ, ਪਰ ਲੇਟ ਸ਼ੁਰੂ ਹੋਇਆ ਇਹ ਕੰਮ। ਕਿਹੜਾ ਜੀ? ਆ ਜਿਹੜਾ ਬੱਸਾਂ ਵਾਲੀ ਤੁਸੀਂ ਗੱਲ ਸ਼ੁਰੂ ਕੀਤੀ ਹੈ, ਇਹਦੇ ਵਿੱਚ ਹਰਮੇਲ ਸਲਾਮ ਬਾਈ ਨੇਮ ਆਉਂਦੇ ਹੈਗੇ ਆ ਜਿਹੜੇ ਪਿੱਛੇ ਸੀਗੇ, ਤੇ ਉਹਨਾਂ ਨੇ ਵੀ ਕੀਤਾ। ਤੇ ਇਸ ਤੋਂ ਪਹਿਲਾਂ ਇੱਕ ਹੋਰ IAS ਹੁੰਦਾ ਸੀਗਾ RTA ਸ਼ਾਇਦ ਇਕਬਾਲ, ਉਹਨਾਂ ਨੂੰ ਤਾਂ ਕੱਢ ਹੀ ਦਿੱਤਾ ਸੀ ਇਹਨਾਂ ਨੇ, ਜਿਨ੍ਹਾਂ ਨੇ ਇਹਨਾਂ ਦੀਆਂ ਬੱਸਾਂ ਚੰਡੀਗੜ੍ਹ ਵੱਲੋਂ ਰੋਕੀਆਂ ਸੀ, ਕਾਨੂੰਨਨ ਤੌਰ ਤੇ ਗਲਤ ਸੀ। ਤੇ ਇੱਧਰ ਸਾਡੇ ਵਾਲੇ ਪਾਸੇ ਪਿੱਛੇ ਜੇ ਬੇਨਤੀ ਕੀਤੀ ਹੈ, ਫਾਜ਼ਿਲਕਾ ਤੋਂ ਚੰਡੀਗੜ੍ਹ ਵਾਲੇ ਰੂਟ ਵੀ ਬੰਦ ਕਰਤੇ ਜੈਨੀ ਸਾਹਿਬ ਨੇ ਉਦੋਂ, ਜਦੋਂ ਇਹ ਮੋਹਨ ਲਾਲ ਨੂੰ ਲਾ ਕੇ ਮੰਤਰੀ ਬਣੇ ਸੀ ਜੀ। ਨਾ ਕੋਈ ਇਸ ਪਾਸੇ ਪਿੰਡਾਂ ਦੇ ਦਰਨਿਆਲੇ ਸਭ ਕੋਈ ਸਹੂਲਤ ਨਹੀਂ ਹੈਗੀ ਸਰਕਾਰੀ। ਇਹ ਆਦੇ ਜੀ ਇਫੈਕਟ ਕਰਦੀ ਆ ਔਰਬਿਟ ਨੂੰ ਜਾ ਕੇ ਮਲੋਟ ਗੰਗਾਨਗਰ ਆਉਂਦੀਆਂ ਜ਼ਰੂਰ। ਇਹ ਤਾਂ ਤੁਹਾਨੂੰ ਗਰੇਵਾਲ ਸਾਹਿਬ ਤੁਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਕਿ ਹਬੋਰ ਤੋਂ ਫਾਜ਼ਿਲਕਾ ਰੇਲ ਲਿੰਕ ਉਦੋਂ ਸੇਠਾਂ ਦੀਆਂ ਬੱਸਾਂ ਪੂਰੀਆਂ ਤਕੜੀਆਂ ਹੁੰਦੀਆਂ ਸੀ, ਇਹਨਾਂ ਨੂੰ ਤਕੜੇ ਟਰਾਂਸਪੋਰਟਰ ਸੀ, ਬਾਦਲਾਂ ਨੂੰ, ਤੇ ਪਹੁੰਚ ਬੜੀ ਤਕੜੀ ਸੀ ਕੇਂਦਰ ਤੱਕ ਇਹਨਾਂ ਦੀ। ਤੇ ਦੇਖ ਲਓ ਕਿੰਨੇ ਸਾਲ ਲੱਗ ਗਏ ਸੀ ਹਬੋਰ ਫਾਜ਼ਿਲਕਾ ਕੀ ਕਹਿੰਦੇ ਆ ਰੇਲ ਲਾਈਨ ਪੈਂਦੇ ਨੂੰ, ਕਿੰਨੇ ਹੁਣ ਸ਼ੁਰੂ ਹੋਈ ਹੈ 4-5 ਸਾਲਾਂ ਦੀ। ਤੁਸੀਂ ਚੰਗਾ ਹੋ ਗਿਆ, ਬੜੀ ਕੀਮਤੀ ਗੱਲ ਯਾਦ ਕਰਾਈ ਹੈ ਵੀ ਇਹ ਤਾਂ ਜੀ ਬਣਨ ਤੋਂ ਬਾਅਦ ਰੇਲ ਲਾਈਨ 1.25 ਸਾਲ ਕੇ 1.5 ਸਾਲ ਇਹਨਾਂ ਨਾਗਪੁਰਾਂ ਨੇ ਜਾਖੜਾਂ ਨੂੰ ਕਹਿ ਕੇ ਚੱਲਣ ਹੀ ਨਹੀਂ ਦਿੱਤੀ। ਹੁਣ ਤੁਸੀਂ ਦੇਖੋ, ਤੁਸੀਂ ਹਬੋਰ ਗੰਗਾਨਗਰ ਤੋਂ ਚੰਡੀਗੜ੍ਹ ਦੀ ਰੇਲ ਲਾਈਨ ਰੇਲ ਗੱਡੀ ਬੰਦ ਕਰਾਈ ਹੋਈ ਹੈ ਵੀ ਸਾਡੀਆਂ ਬੱਸਾਂ ਦੀਆਂ ਸਵਾਰੀਆਂ ਘਟ ਜਾਣਗੀਆਂ। ਕੋਈ ਸ਼ੱਕ ਨਹੀਂ। ਦੂਜਾ ਇਹ ਤੁਸੀਂ ਆਪਾਂ ਤਾਂ ਰਹਿੰਦੇ ਆ ਵੀ ਹੋਈ ਤਾਂ ਨਹੀਂ ਇੱਧਰ ਰਹਿੰਦੇ ਵੀ ਫਾਜ਼ਿਲਕਾ ਤੋਂ ਅਬੋਹਰ ਦੀ 30-32 ਕਿਲੋਮੀਟਰ ਦੀ ਰੇਂਜ ਹੈ ਤੇ 41-42 ਕਿਲੋਮੀਟਰ ਉਹ ਰੇਲਵੇ ਲਾਈਨ ਪਾਤੀ ਐਂ ਦੀ ਹੋ ਕੇ ਡੰਗਰਖੇੜੇ ਦੇ ਉੱਤੋਂ ਦੀ, ਜਿਹੜੀ ਕਿ ਬੱਸ ਨੂੰ ਅਫੈਕਟ ਨਾ ਕਰੇ। ਨਹੀਂ ਤਾਂ ਇਹ ਪੈਰਲਲ ਵੀ ਜਾ ਸਕਦੀ ਸੀ ਜੀ, ਇੱਥੋਂ ਕਿੱਲਿਆਂ ਦੀ ਆਲੇ ਪਾਸੋਂ ਨਿਕਲ ਕੇ ਤਾਂ ਇਹ ਫਾਜ਼ਿਲਕਾ ਪੈਂਚਾਂ ਵੀ ਜਾ ਸਕਦੀ, ਨਾਲੇ ਰੂਟ ਘੱਟਦਾ, ਨਾਲੇ ਜਿਹੜੇ ਲੋਕ ਸਸਤਾ ਟ੍ਰੇਨ ਤੇ ਚੜ੍ਹਨਾ ਚਾਹੁੰਦੇ ਬੱਸਾਂ ਦੀ ਮਜਬੂਰੀ ਨਾ ਹੋਵੇ। ਉਸ ਗੱਲ ਨੂੰ ਇਹਨਾਂ ਨੇ ਕੋਈ ਫਾਇਦਾ ਨਹੀਂ ਦਿੱਤਾ। ਖੇਤਾਂ ਦੀ ਕੱਢ ਕੇ ਰੋਕ ਕੇ ਤੇ ਖੇਤਾਂ ਦੀ ਆਵਾਜਾਈ ਉਲਟਾ ਬੰਦ ਕਰਤੀ। ਇਹਨਾਂ ਕਿਤੇ ਫਾਟਕ ਨਹੀਂ ਹੈਗੇ। ਆਪਣਾ ਤਾਂ ਕੋਈ ਵੀ ਨਹੀਂ ਜੀ, ਕਦੇ ਵੀ ਨਹੀਂ ਆ। ਸਾਡੀ ਪਾਣੀ ਦੀ ਗੱਲ ਵੀ ਜ਼ਰੂਰ ਮਿਹਰਬਾਨੀ ਕੀ ਕਰਿਆ ਕਰੋ। ਹੁਣ ਪਾਣੀ ਜਮਾ ਵਾਧੂ ਫਿਰਦਾ ਤੇ ਪਾਣੀ ਟੇਲਾਂ ਤੇ ਨਾ ਥੋੜੇ ਨਾਲ ਸਾਡੇ ਕਿਸੇ ਦੇ ਨਹੀਂ ਪਹੁੰਚਦਾ। ਆਖੋ ਸੁਖ ਸਰਕਾਰੀਆ ਸਾਹਿਬ ਨੂੰ ਕਰਨ ਮਿਹਰਬਾਨੀ, ਸਾਡੇ ਤੇ ਅਖੀਰ ਹੈ। ਸਾਡਾ ਮੂਲਿਆਂ ਮਾਈਂਡਰ ਵੀ ਨਹੀਂ ਪਾਇਆ ਇਹਨਾਂ ਨੇ। ਕਰੋੜਾਂ ਰੁਪਏ ਹੈਗੇ ਆ ਚੰਡੀ ਸਾਹਿਬ ਕੋਲੇ। ਸਪੈਸ਼ਲ ਟਾਈਮ ਲਿਆ ਜੇ ਖਾਸ ਕਰਕੇ ਢਿੱਲੋਂ ਸਾਹਿਬ ਤੋਂ। ਜੀ ਸ਼ਿਵਿੰਦਰ ਜੀ। ਹਾਂ ਦੇਖੋ ਜੀ, ਤੁਸੀਂ ਕਰਦੇ ਹੋ ਆਪਣਾ ਦਾਨੇ ਵਾਲੇ ਸਭ, ਇਹਨਾਂ ਤੇ ਕਿਰਪਾ ਕਿਸੇ ਨੂੰ ਆਵਾਜ਼ ਉਠਾ ਲਿਓ। ਆਵਾਜ਼ ਤਾਂ ਆਪਣੀ ਪਹੁੰਚ ਹੀ ਜਾਂਦੀ ਹੈ ਜੀ, ਸੁਣਦਾ ਹੀ ਨਹੀਂ। ਆਪਾਂ ਤਾਂ ਰੌਲਾ ਹੀ ਪਾ ਸਕਦੇ ਹੈਗੇ ਹਾਂ ਜੀ। ਤੇ ਹੁਣ ਆਇਆ ਵੀ ਸਾਡੀ ਕਹੇ ਤਾਂ ਉਹਨਾਂ ਨੇ ਕੰਮ ਤਾਂ ਕਰਨੇ ਨਹੀਂ, ਪਰ ਮੀਡੀਆ ਦਾ ਕੰਮ ਰੌਲਾ ਪਾਉਣਾ ਹੁੰਦਾ। ਨਹੀਂ, ਇੱਕ ਦਿਨ ਸੁਖਜਿੰਦਰ ਰੰਧਾਵਾ ਜੀ ਨੂੰ ਲਿਆਂਦਾ ਸੀ ਉਹਨਾਂ ਨੇ, ਵਾਹਵਾ ਕੁਛ ਕਰ ਗਏ ਸੀਗੇ ਇੱਥੇ ਆਉਣੇ ਹੀ ਜਾਂਦੇ। ਹਾਂਜੀ ਅਸ਼ਵਨੀ ਜੀ ਸਤਿ ਸ੍ਰੀ ਅਕਾਲ ਜੀ, USA ਤੋਂ। ਬਾਈ ਜੀ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਰੂਬਰੂ ਕਰਾਉਂਦੇ ਹੋ ਪੰਜਾਬ ਨਾਲ। ਤੇ ਇੱਕ ਦੀਪ ਸਿੱਧੂ ਤੇ ਲੱਖਾ ਸੜਾਣਾ ਦੀ ਥੋੜੀ ਜਿਹੀ ਗੱਲ ਕਰੋ, ਕਿਹੜੇ ਪਾਸੇ ਨੂੰ ਝੁਕਾਅ ਉਹਨਾਂ ਦਾ ਜ਼ਿਆਦਾ ਹੈ ਜੀ? ਬਸ ਮੈਂ ਸੁਣਦਾ ਹਾਂ ਜੀ। ਤੁਹਾਡੇ ਲਈ ਇਹ ਵਿਸ਼ਾ ਬਹੁਤ ਵੱਡਾ, ਮੇਰੇ ਲਈ ਵਿਸ਼ਾ ਹੀ ਨਹੀਂ ਹੈਗਾ ਅਸਲ 'ਚ। ਦੂਜੀ ਚੀਜ਼ ਇਹ ਹੈਗੀ ਹੈ ਕਿ ਦੇਖੋ
ਜਿਹੜਾ ਹੈਗਾ ਦੀਪ ਸਿੱਧੂ ਨੂੰ ਤਾਂ ਇੱਥੇ ਮੇਰੇ ਖਿਆਲ ਉਹਨੇ ਤਾਂ ਆਪਦੇ ਪਾਣੀ ਟੈਸਟ ਕਰ ਲਏ ਪਿੰਡਾਂ 'ਚ, ਤਾਂ ਉਹਨੂੰ ਕੋਈ ਮਿਲਿਆ ਨਹੀਂ। ਦੇਖੋ ਨਹੀਂ, ਉਹਦੇ ਨਾਲੋਂ ਇਹ ਲੱਖੇ ਅਮਰੀਕਾ ਦਾ ਸਿਧਾਣੇ ਸੀਗਾ। ਦੀ ਪੋਲੀਟੀਕਲ ਸਟੈਂਡ ਹੀ ਕੁਛ ਚੰਗੀ ਹੈ ਫਿਰ ਵੀ। ਇਹ ਭਾਈ ਸਾਹਿਬ ਅਮਰੀਕਾ ਤੁਸੀਂ ਕੈਨੇਡਾ ਤੋਂ ਸੀਗੇ? ਅਮਰੀਕਾ ਤੋਂ ਜੀ, ਸ਼ਿਕਾਗੋ ਤੋਂ। ਤੁਹਾਡੇ ਅਮਰੀਕਾ ਤੋਂ ਇੱਕ ਸੰਸਥਾ ਚੱਲਦੀ ਹੈ ਜੀ ਸਿਕਕੌਕਸ, ਉਹਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਦੀਪ ਸਿੱਧੂ ਦੀ ਉਹਦੇ ਨਾਲ। ਜਿਵੇਂ ਜਿਵੇਂ ਉਹਨੂੰ ਦਿਸ਼ਾ ਨਿਰਦੇਸ਼ਨ ਦਊਗਾ ਉਹਨੇ ਉਦਾਂ ਹੀ ਕੰਮ ਕਰਨਾ, ਪਰ ਉਹਦੇ ਮਗਰ ਉਰੇ ਪੰਜਾਬ 'ਚ ਕੋਈ ਜ਼ਮੀਨ ਨਹੀਂ ਹੈਗੀ। ਬਾਹਰ ਤੁਸੀਂ ਦੱਸ ਸਕਦੇ ਹੋ ਤੁਹਾਡੇ ਅਮਰੀਕਾ ਦੇ ਵਿੱਚ। ਅੱਛਾ, ਲੱਖੇ ਸਿਧਾਣੇ ਦੀ ਨਾਲ ਥੋੜੇ ਜਿਹੇ ਮੁੰਡੇ ਹੈਗੇ ਨੇ ਜੁੜੇ ਹੋਏ, ਜਿਹੜੇ ਉਹ ਮੰਨਦੇ ਨੇ ਕਿ ਬਾਈ ਬੜਾ ਘੈਂਟ ਹੈਗਾ, ਬਾਈ ਜਿਹੜਾ ਹੈਗਾ ਸਟੈਪ ਜਿਹਾ ਚੱਕ ਲੈਂਦਾ ਹੈਗਾ। ਪਰ ਚੱਕਰ ਇਹ ਕਿ ਲੱਗਦਾ ਕਿ ਉਹ ਇੱਕ ਅਨਾਰਕਿਸਟ ਕਿਸਮ ਦਾ ਬੰਦਾ ਹੈਗਾ। ਉਹਨੇ ਜਿਵੇਂ ਨੁਕਤਾਚੀਨੀ ਨਹੀਂ ਕਰਨੀ ਹੈ, ਪਰ ਉਹਦਾ ਬਦਲ ਕੀ ਹੈਗਾ ਉਹ ਨਹੀਂ ਪਤਾ। ਸਮੇਂ ਉੱਤੇ ਉਹਨੇ ਕਈ ਵਾਰ ਦੋਗਲਾਪਣ ਵੀ ਕਰ ਜਾਂਦਾ। ਜਿਵੇਂ ਮੰਨ ਲਓ ਕਿ ਇੱਕੋ ਸਮੇਂ ਜੀ ਮੈਂ ਲੀਡਰਾਂ ਨਾਲ ਵੀ ਹਾਂ, ਇੱਕੋ ਸਮੇਂ ਮੈਂ ਦੂਜੇ ਪਾਸੇ ਵੀ ਚਲਾ ਜਾਂਦਾ ਹੈਗਾ ਹੈ। ਸੋ ਇਹ ਚੀਜ਼ਾਂ ਉਹਨੂੰ ਕਾਫੀ ਨੁਕਸਾਨਦੇਹ ਕਰਦੀਆਂ ਰਹੀਆਂ ਹੈਗੀਆਂ ਨੇ। ਸੋ ਲੈ ਦੇ ਕੇ ਇਹਨਾਂ ਨੇ ਅੱਗੇ ਜਾ ਕੇ ਕੀ ਕਰਨਾ, ਜਿਹੜੇ ਬੰਦਿਆਂ ਦੇ ਉੱਤੇ ਇਹ ਨਹੀਂ ਭਰੋਸਾ ਵੀ ਅੱਜ ਕੀ ਕਰਦੇ ਨੇ ਕੱਲ ਕੀ ਕਰਦੇ ਨੇ, ਉਹਦਾ ਘੱਟੋ ਘੱਟ ਮੈਨੂੰ ਤਾਂ ਬਿਲਕੁਲ ਨਹੀਂ ਪਤਾ ਜੀ। ਤੇ ਇੱਕ ਬਹੁਤ ਇੰਪੋਰਟੈਂਟ ਮੁੱਦਾ ਨਾ ਰਹਿ ਜੇ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਬਾਰਡਰ ਖੋਲ੍ਹਣ ਦਾ ਚੱਲ ਰਿਹਾ ਜੀ। ਗੱਲ ਹੈ ਕਿ ਸਾਡੀਆਂ ਨਾ ਜਿਹੜੀਆਂ ਕੋਰਟਾਂ ਨੇ ਉਹ ਵੀ ਕਿਤੇ ਨਾ ਕਿਤੇ ਨਾ ਆਪਣੀ ਭਰੋਸੇਯੋਗਤਾ ਐਨ ਖੋਂਦੀਆਂ ਜਾਂਦੀਆਂ। ਇੱਕ ਤਾਂ ਉਹਨਾਂ ਦੇ ਵਿੱਚ ਕੋਈ ਹਾਲਤ ਇਹ ਹੈ ਕਿ ਜਦੋਂ ਜ਼ਿਆਦਾ ਹੀ ਖੋ ਜਾਂਦੀਆਂ ਫਿਰ ਇੱਕ ਅੱਧਾ ਫੈਸਲਾ ਇਹੋ ਜਿਹਾ ਕਰ ਦਿੰਦੀਆਂ ਨੇ ਜਿਹੜਾ ਲੱਗਦਾ ਕਿ ਯਾਰ ਜਾਗ ਪਈਆਂ ਥੋੜੀਆਂ ਜਾਗਦੀਆਂ ਨੇ, ਥੋੜਾ ਜਿਹਾ ਚੰਗਾ ਕੰਮ ਕਰਦੀਆਂ, ਫਿਰ ਅਗਲੇ ਦਿਨ ਇਹੋ ਜਿਹਾ ਫੈਸਲਾ ਆ ਜਾਂਦਾ ਕਿ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ। ਕੱਲ ਹੀ ਹਲੇ ਲਖੀਮਪੁਰ ਮੁੱਦੇ ਦੇ ਉੱਤੇ ਝਿੜਕ ਮਾਰੀ ਹੈ ਯੋਗੀ ਸਰਕਾਰ ਨੂੰ, ਭਾਈ ਤੁਸੀਂ ਕੰਮ ਕਿਉਂ ਨਹੀਂ ਚੱਜਦਾ ਕਰ ਰਹੇ ਹੈਗੇ, ਤੁਸੀਂ ਉਹਨੂੰ ਬਚਾ ਕਿਉਂ ਰਹੇ ਹੋ, ਤੁਸੀਂ ਕਰ ਕੀ ਰਹੇ ਹੋ, ਤੁਸੀਂ ਇੰਨੀ ਦੇਰੀ ਕਿਉਂ ਕਰ ਰਹੇ ਹੋ। ਤੇ ਅੱਜ ਫਿਰ ਕਿਸਾਨਾਂ ਨੂੰ ਕਹਿ ਦਿੱਤਾ, ਕਹਿੰਦੇ ਵੀ ਭਾਈ 3 ਹਫ਼ਤਿਆਂ ਵਿੱਚ ਦੱਸੋ ਤੁਸੀਂ ਸੜਕਾਂ ਕਿਉਂ ਨਹੀਂ ਖਾਲੀ ਕਰਦੇ, ਕਦੋਂ ਹੋਣੀਆਂ ਨੇ, ਫਲਾਨਾ ਹੋਣੀਆਂ। ਪਰ ਕਿਸਾਨਾਂ ਨੇ ਤਾਂ ਰੋਕਿਆ ਹੀ ਨਹੀਂ ਨਾ, ਉਹ ਤਾਂ ਦਿੱਲੀ ਪੁਲਿਸ ਨੇ ਬੈਰੀਕੇਡਿੰਗ ਲਾਈ ਹੈ। ਕਿਸਾਨਾਂ ਨੇ ਤਾਂ ਕਹਿ ਦਿੱਤਾ ਕਿ ਆ ਦੇਖੋ 2 ਪਾਸੇ ਦੀ ਸੜਕਾਂ ਛੱਡੀਆਂ ਹੋਈਆਂ ਨੇ, ਅਸੀਂ ਆਵਾਜਾਈ ਵਾਲੇ ਆ ਰਹੇ ਨੇ ਜਾ ਰਹੇ ਨੇ, ਪਰ ਉਹ ਜਿਹੜੇ ਵੱਡੇ ਬੈਰੀਕੇਡ ਲਾਏ ਨੇ, ਉਹ ਵੱਡੀਆਂ ਕੰਧਾਂ ਕੀਤੀਆਂ ਹੋਈਆਂ, ਉਹ ਤਾਂ ਤੁਹਾਡੀ ਸਰਕਾਰ ਨੇ ਪੁਲਿਸ ਨੇ ਕੀਤੀਆਂ ਹੋਈਆਂ ਹੈਗੀਆਂ ਨੇ, ਅਸੀਂ ਥੋੜੋ ਕੀਤੀਆਂ ਹੋਈਆਂ। ਹੁਣ 3 ਹਫ਼ਤਿਆਂ ਤੱਕ ਇਹਨਾਂ ਨੂੰ ਕਿਹਾ ਵੀ ਅਦਾਲਤ ਵਿੱਚ ਜਾ ਕੇ ਜਵਾਬ ਦਿਓ। ਹੁਣ ਮੇਰੇ ਖਿਆਲ ਕਿਸਾਨ ਆਪ ਤਾਂ ਨਹੀਂ ਜਾਣਗੇ, ਇਹਨਾਂ ਦੇ ਜੇਕਰ ਅੱਗੇ ਕੋਈ ਵਕੀਲ ਵਗੈਰਾ ਨੇ ਉਹ ਗੱਲ ਕਰਨਗੇ, ਤੇ ਕਿਉਂਕਿ ਹਾਲੇ ਤੱਕ ਇਹਨਾਂ ਨੇ ਇਹੀ ਰੱਖਿਆ ਵੀ ਅਸੀਂ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਨਹੀਂ ਬਣਨਾ। ਹੁਣ ਅੱਗੇ ਜਾ ਕੇ 3 ਹਫ਼ਤੇ ਵਿੱਚ ਕਿਸਾਨ ਕੀ ਕਰਦੇ ਹੈਗੇ ਨੇ, ਉਹ ਕਿਉਂਕਿ ਉਹਨਾਂ ਨੂੰ ਵੱਧ ਪਤਾ, ਉਹ ਲੜਾਈ ਲੜ ਰਹੇ ਉਹਨਾਂ ਨੂੰ ਅੰਦਰ, ਕਿਉਂਕਿ ਉਹ ਵੀ ਸਿਰ ਜੋੜ ਕੇ ਗੱਲ ਕਰਦੇ ਨੇ। ਉਹਨਾਂ ਦੀ ਹੁਣ ਮੀਟਿੰਗ 'ਚ ਕੀ ਫੈਸਲੇ ਹੁੰਦੇ ਉਹ ਬਾਅਦ ਪਤਾ ਲੱਗੇਗਾ। ਪਰ ਚੱਕਰ ਇਹ ਹੈਗਾ ਵੀ ਨਾਲੇ ਅੱਛਾ ਸੁਪਰੀਮ ਕੋਰਟ ਇਹ ਵੀ ਕਹੀ ਜਾ ਰਹੀ ਹੈ ਕਿ ਪ੍ਰੋਟੈਸਟ ਕਰਨਾ ਜੀ ਤੁਹਾਡਾ ਰਾਈਟ ਹੈ, ਪਰ ਅਣਮਿੱਥੇ ਸਮੇਂ ਦੇ ਲਈ ਸੜਕਾਂ ਨਹੀਂ ਜਾਮ ਹੋ ਸਕਦੀਆਂ। ਹੁਣ ਸਵਾਲ ਇਹ ਕਿ ਅਣਮਿੱਥੇ ਸਮੇਂ ਲਈ ਕਿਸਾਨਾਂ ਨੇ ਨਹੀਂ, ਸਰਕਾਰ ਨੇ ਕੀਤੀਆਂ ਹੋਈਆਂ। ਤੁਸੀਂ ਬਿੱਲ ਰੱਦ ਕਰਦੇ ਸਰਕਾਰ ਤੇ ਕਿਸਾਨ ਚਲੇ ਜਾਣਗੇ ਘਰੇ। ਨਹੀਂ ਵੈਸੇ ਵੀ ਚਲੋ ਜੀ, ਉਹ ਤਾਂ ਇੱਕ ਪ੍ਰੋਟੈਸਟ ਚੱਲੀ ਜਾਂਦਾ, ਪਰ ਸੜਕ ਕਿਹਨੇ ਬੈਰੀਕੇਡਿੰਗ ਕਿੱਲ ਕਿਹਨੇ ਗੱਡੇ ਨੇ ਨਾ, ਉਹ ਤਾਂ ਤਸਵੀਰਾਂ ਬੋਲਦੀਆਂ ਨੇ। ਸੋ ਜਿੱਥੇ ਕਹਿਣਾ ਚਾਹੀਦਾ ਸਰਕਾਰ ਨੂੰ ਵੀ ਤੁਸੀਂ ਆ ਕਾਹਦੋਂ ਦਿੱਕਤਾਂ ਪੈਦਾ ਕੀਤੀਆਂ ਨੇ, ਉੱਥੇ ਮਤਲਬ ਕਹਿ ਉਲਟਾ ਕਿਸਾਨਾਂ ਨੂੰ ਹੋ ਰਿਹਾ। ਤੇ ਕੈਪਟਨ ਅਮਰਿੰਦਰ ਸਿੰਘ ਕੀ ਫਿਰ ਚੂਹੇ ਚਾਲ ਉਹ ਕਹਿੰਦੇ ਹੁੰਦੇ ਨੇ ਵੀ ਸਿਆਸੀ ਚਾਲ ਚੱਲ ਰਹੇ ਨੇ। ਦੇਖੋ ਮੈਨੂੰ ਹਾਲ ਦੀ ਘੜੀ ਤਾਂ ਐਂ ਲੱਗ ਰਿਹਾ ਹੈਗਾ ਵੀ ਚਲੋ ਉਹਨੇ ਦੱਸ ਦਿੱਤਾ ਆਪਣੇ ਸਾਰੇ ਪੱਤੇ ਜੀ, ਮੈਂ ਢੀਂਡਸੇ ਨਾਲ ਵੀ ਗੱਠਜੋੜ ਕਰ ਲੂੰਗਾ, ਮੈਂ ਬ੍ਰਹਮਪੁਰੇ ਗੁੱਟ ਨਾਲ ਵੀ ਕਰ ਲੂੰਗਾ, ਲੋੜ ਪਈ ਤਾਂ ਅਸੀਂ ਬੀਜੇਪੀ ਨਾਲ ਵੀ ਕਰ ਹੀ ਲਵਾਂਗੇ ਜੇ ਕਾਨੂੰਨ ਰੱਦ ਹੋ ਜਾਂਦੇ ਆ। ਬੀਜੇਪੀ ਕੋਈ ਮਾੜੀ ਚੀਜ਼ ਨਹੀਂ ਉਹਨੂੰ ਲੱਗਦੀ ਹੈਗੀ। ਉਹ ਕਹਿੰਦਾ ਕਿ ਠੀਕ ਆ, ਤਾਂ ਹੀ ਉਹ ਸ਼ਾਇਦ ਲਖੀਮਪੁਰ ਵਾਲੇ ਮੁੱਦੇ ਉੱਤੇ ਕੁਛ ਨਹੀਂ ਬੋਲਿਆ। ਨਹੀਂ ਗਾਲੇ ਮੁੱਦੇ ਦੇ ਉੱਤੇ ਵੀ ਉਹ ਕਹਿੰਦਾ ਵੀ ਸਰਕਾਰ ਦੀ ਕੋਈ ਸਾਜ਼ਿਸ਼ ਨਹੀਂ ਹੈਗੀ, ਕਿ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਰਿਹਾ। ਉਧਰੋਂ ਬੀਜੇਪੀ ਵੀ ਅੱਜ ਕੱਲ੍ਹ ਉਹਨੂੰ ਦੇਸ਼ ਭਗਤ ਬਹੁਤਾ ਐਲਾਨਣ ਲੱਗ ਗਈ। ਪਰ ਲੈ ਦੇ ਕੇ ਨਾ ਕੋਈ ਬੰਦਾ ਆਪਣੀ ਅਨਹਾਰੀ ਜੀ ਹੋਈ ਗੇਮ ਖੇਡਦਾ ਹੁੰਦਾ ਨਾ, ਹਾਲ ਦੀ ਘੜੀ ਮੈਂ ਕਹਿ ਰਿਹਾ, ਅੱਗੇ ਤਾਂ ਪਤਾ ਨਹੀਂ। ਦੇਖੋ ਤਾਂ ਸਿਆਸਤ ਤੇ ਕ੍ਰਿਕਟ ਦਾ ਕੁਛ ਨਹੀਂ ਪਤਾ ਜੀ, ਕੁਛ ਨਹੀਂ ਪਤਾ ਕਦੋਂ ਛੱਕਾ ਲੱਗ ਜਾਏ, ਕਦੋਂ ਕਲੀਨ ਬੋਲਡ ਹੋ ਜਾਏ। ਤੇ ਦੇਖੋ ਅਸੀਂ ਕੈਪਟਨ ਅਮਰਿੰਦਰ ਦਾ ਉਹ ਵੀ ਰੂਪ ਦੇਖਿਆ ਜਦੋਂ ਉਹਨੇ ਆਪਦਾ ਪੰਥਕ ਧਿਰ ਬਣਾਇਆ ਸੀ, ਉਹਦਾ ਬੁਰਾ ਹਾਲ ਵੀ ਹੁੰਦਾ ਦੇਖਿਆ ਮੈਂ। ਅਕਾਲੀ ਦਲ ਕਾਬਲ ਬਣਾਇਆ ਸੀ ਉਹਨੇ, ਉਹਦਾ ਬੁਰਾ ਹਾਲ ਵੀ ਹੁੰਦਾ ਦੇਖਿਆ। ਸੋ ਇਸ ਕਰਕੇ ਹਾਲ ਦੀ ਘੜੀ ਤਾਂ ਮੈਨੂੰ ਆਹੀ ਲੱਗ ਰਿਹਾ ਜਿੱਦਾਂ ਦਾ ਕਿਸਾਨ ਅੰਦੋਲਨ ਚੱਲ ਰਿਹਾ, ਲੋਕਾਂ ਦੇ ਵਿੱਚ ਬੀਜੇਪੀ ਪ੍ਰਤੀ ਰੋਸਾ, ਜੋ ਬੀਜੇਪੀ ਨਾਲ ਹੱਥ ਮਿਲਾਊਗਾ ਪੰਜਾਬ ਦੇ ਵਿੱਚ ਉਹ ਕਿਤੇ ਨਾ ਕਿਤੇ ਲੋਕਾਂ ਦੇ ਮੂੰਹੋਂ ਵੀ ਲਹੂਗਾ। ਹਾਲ ਦੀ ਘੜੀ ਜਿਹੜੀ ਹਾਲਤ ਬਣੀ ਹੋਈ ਹੈ। ਅੱਛਾ, ਜਿਹੜੇ ਲੋਕ ਕਹਿੰਦੇ ਨੇ ਵੀ ਜੇ ਬਿੱਲ ਇੱਕਦਮ ਕੋਈ ਰੱਦ ਹੋ ਗਏ, ਕਾਨੂੰਨ ਰੱਦ ਹੋ ਗਏ, ਤਾਂ ਫਿਰ ਸ਼ਾਇਦ ਲੋਕ ਕੀ ਵੋਟ ਪਾ ਦੇਣਗੇ, ਨਹੀਂ ਇਹ ਮੋਰਚੇ ਨੇ, ਇਹ ਮੈਨੂੰ ਨਹੀਂ ਲੱਗਦਾ। ਇਹ ਮੋਰਚੇ ਨੇ ਨਾ ਲੋਕਾਂ ਨੂੰ ਸਿਆਣਾ ਕਰ ਦਿੱਤਾ ਹੈਗਾ ਵੀ ਜੇ ਕੁਝ ਚੱਲੂ ਲੋਕਾਂ ਨੂੰ ਸਮਝ ਆਊਗਾ ਵੀ ਇਹਦੇ ਪਿੱਛੇ ਕੀ ਮੰਤਵ ਹੈਗਾ। ਕਿਉਂਕਿ ਇਹ ਆ ਜਿਹੜੀ ਸਾਲ ਦੀ ਪ੍ਰੈਕਟਿਸ ਹੈ ਨਾ,
ਲੋਕ ਇਸ ਸਾਲ ਦੀ ਪ੍ਰੈਕਟਿਸ ਸਿੱਖੇ ਵੀ ਬਹੁਤ ਕੁਝ ਆ। ਕੱਲੇ ਧਰਨਾ ਮਾਰਨਾ ਨਹੀਂ ਸਿੱਖੇ, ਮੁਰਦਾਬਾਦ ਜਿੰਦਾਬਾਦ ਕਰਨੀ ਨਹੀਂ ਸਿੱਖੇ, ਬਹੁਤ ਕੁਝ ਸਿੱਖੇ ਨੇ। ਹੋਰ ਬਹੁਤ ਕੁਝ ਚਾਲਾਂ ਬੜੀਆਂ ਚਾਲਾਂ ਤਾਂ ਹੁਣ ਹੀ ਜਿਹੜੇ ਨਵੇਂ ਮੁੰਡੇ ਨੇ ਨਾ ਕਾਲੇ ਦੌਰ ਤੋਂ ਬਾਅਦ ਤਾਂ ਸਰਕਾਰੀ ਚਾਲਾਂ ਤਾਂ ਹੁਣ ਹੀ ਪਤਾ ਲੱਗਣੀਆਂ ਉਹਨਾਂ ਨੂੰ। ਤੇ ਫਿਰ ਉਹ ਕੇਰਾਂ ਤਾਂ ਬੋਲਦੇ ਆ, ਬੜਕਾ ਮਾਰਦੇ, ਬਾਅਦ ਚ ਸਮਝ ਵੀ ਛੇਤੀ ਜਾਂਦੇ ਆ ਵੀ ਸਾਡੀ ਖੁਸ਼ਕਿਸਮਤੀ ਆ। ਇਹ ਵੀ ਚੰਗੀ ਗੱਲ ਹੈ, ਕਿਉਂਕਿ ਅੰਦੋਲਨ ਜਿਹੜੇ ਲੋਕ ਪੱਖੀ ਹੁੰਦੇ ਲੋਕਾਂ ਨੂੰ ਸਿਖਾਉਂਦੇ ਨੇ। ਇਸ ਕਰਕੇ ਮੈਨੂੰ ਲੱਗਦਾ ਨਾ ਕਿ ਜਿਵੇਂ ਕੋਈ ਬੰਦਾ ਇੱਕ ਹਾਰੀ ਹੋਈ ਗੇਮ ਖੇਡਦਾ ਹੁੰਦਾ ਵੀ ਭਾਈ ਰੱਸੀ ਜਲ ਜਾਂਦੀ ਹੈ ਬਟ ਉਹ ਨਹੀਂ ਜਾਂਦੇ ਹੈਗੇ ਹੈ। ਸੋ ਉਹ ਚੀਜ਼ ਮੈਨੂੰ ਹਾਲ ਦੀ ਘੜੀ ਕੈਪਟਨ ਚ ਲੱਗ ਰਹੀ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਤੁਹਾਡਾ, ਮਿਹਰਬਾਨੀ। ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ, ਜੁੜੇ ਰਹੋ ਰੇਡੀਓ ਪੰਜਾਬ।